ਅੱਜ ਆਪਾਂ 910 ਅੰਗ ਤੋਂ ਗਿਆਨ ਸ਼ੁਰੂ ਕਰ ਰਹੇ ਹਾਂ। ਜਿਹੜੇ ਸ਼ਬਦ ਆਪਾਂ ਨੇ ਤੀਸਰੀ ਪਾਤਸ਼ਾਹੀ ਦੀਆਂ ਅਸ਼ਟਪਦੀਆਂ ਜਿਹੜੀਆਂ ਲਈਆਂ ਸੀ, 2 ਅਸ਼ਟਪਦੀਆਂ ਲਈਆਂ ਸੀ ਆਪਾਂ ਨੇ ਇਹ ਰਾਮਕਲੀ ਰਾਗ ਦੇ ਵਿੱਚ। ਉਸ ਤੋਂ ਅੱਗੇ ਹੁਣ ਜਿਹੜਾ ਤੀਸਰੀ ਅਸ਼ਟਪਦੀ ਲੈਣੀ ਆ। ਪਹਿਲਾਂ ਜਿਹੜਾ ਹੈਗਾ ਮਹਾਰਾਜ ਨੇ 2 ਅਸ਼ਟਪਦੀਆਂ ਦੇ ਵਿੱਚ ਕੱਲ੍ਹ ਜਿਹੜੀਆਂ ਆਪਾਂ ਲਈਆਂ ਸੀਗੀਆਂ, ਉਹ ਮਹਾਰਾਜ ਨੇ ਦੱਸਿਆ ਸੀਗਾ ਭਾਈ ਕਿ ਭਗਤੀ ਕਿਵੇਂ ਕਰਨੀ ਹੈ, ਧਿਆਨ ਸਿਮਰਨ ਕਿਵੇਂ ਕਰਨਾ ਹੈ। ਤੀਸਰੀ ਪਾਤਸ਼ਾਹੀ ਨੇ ਇੱਕ ਸਟੈਪ ਜਿਹੜਾ ਹੈਗਾ ਆਪਾਂ ਨੂੰ ਦੱਸਿਆ ਹੈ ਭਗਤੀ ਕਰਨ ਦਾ, ਧਿਆਨ ਸਿਮਰਨ ਕਰਨ ਦਾ। ਇੱਕ ਸਟੈਪ ਦੱਸਿਆ ਹੈ ਵੀ ਕਿਸ ਤਰ੍ਹਾਂ ਭਗਤੀ ਕਰਨੀ, ਕਿਸ ਤਰ੍ਹਾਂ ਨਾਮ ਅਭਿਆਸ ਕਰਨਾ ਹੈ, ਕਿਸ ਤਰ੍ਹਾਂ ਆਪਣੇ ਅੰਦਰ ਵੜਨਾ ਹੈ, ਕਿਸ ਤਰ੍ਹਾਂ ਸੁਣਨ ਦੇ ਵਿੱਚ ਜਾਣਾ ਹੈ। ਔਰ ਉਸ ਤੋਂ ਇਹ ਪਹਿਲੇ ਸ਼ਬਦ ਸੀ। ਦੂਸਰੇ ਸ਼ਬਦ ਦੇ ਵਿੱਚ ਜਿਹੜਾ ਹੈਗਾ ਵੀ ਇਹ ਜਿਹੜੀ ਭਗਤੀ ਹੈਗੀ ਆ, ਇਹ ਹੋਣੀ ਜਿਹੜੀ ਹੈਗੀ ਆ, ਇਹ ਗੁਰੂ ਤੋਂ ਹੀ ਹੋਣੀ ਆ, ਬ੍ਰਹਮ ਗਿਆਨੀਆਂ ਤੋਂ ਹੀ ਹੋਣੀ ਆ। ਉਹਨਾਂ ਨੇ ਦੱਸਣਾ ਹੈਗਾ, ਉਹਨਾਂ ਨੇ ਪ੍ਰੇਰਣਾ ਦੇਣੀ ਆ, ਉਹਨਾਂ ਨੇ ਆਪਣੇ ਅੰਦਰ ਖਿੱਚ ਪੈਦਾ ਕਰਨੀ। ਔਰ ਤੀਸਰਾ ਜਿਹੜਾ ਹੈਗਾ ਹੁਣ ਅੱਜ ਜਿਹੜਾ ਸ਼ਬਦ ਆ ਰਿਹਾ, ਇਹ ਅਸ਼ਟਪਦੀ, ਇਹਦੇ ਵਿੱਚ ਮਹਾਰਾਜ ਜਿਹੜੇ ਹੈਗੇ ਕੀ ਗਿਆਨ ਦੇ ਰਹੇ। ਰਾਮਕਲੀ ਮਹੱਲਾ ਤੀਜਾ। ਹਰ ਕੀ ਪੂਜਾ ਦੁਲੰਭ ਹੈ, ਸੰਤੋ ਕਹਿਣਾ ਕਛੂ ਨਾ ਜਾਈ। ਦੇਖੋ ਸੰਤੋ ਬਾਰ-ਬਾਰ ਸੰਤੋਂ ਨੂੰ ਕਹਿ ਰਹੇ ਮਹਾਰਾਜ, ਜਿਹੜੇ ਚੱਲਣਾ ਚਾਹੁੰਦੇ ਆ ਭਾਈ, ਜਿਹੜੇ ਖਾਲੀ ਜਿਹੜੇ ਹੈਗੇ, ਜਿਨ੍ਹਾਂ ਨੇ ਖਾਲੀ ਸਵਾਦ ਲੈਣਾ ਹੈ ਬਸ, ਉਹ ਇਹ ਤਾਂ ਸਾਧਨਾ ਕਰਨ ਵਾਲਿਆਂ ਨੂੰ ਕਹਿ ਰਹੇ ਆ ਭਾਈ। ਹਰ ਕੀ ਪੂਜਾ ਸੰਤੋ, ਹਰ ਕੀ ਪੂਜਾ ਦੁਲੰਭ ਹੈ ਸੰਤੋ। ਕਹਿੰਦੇ ਬਹੁਤ ਦੁਰਲਭ ਹੈ ਇਹ ਸਭ ਤੋਂ ਜ਼ਿਆਦਾ ਜਿਹੜੀ ਹੈਗੀ ਦੁਰਲਭ ਚੀਜ਼ ਹੈ, ਸਭ ਤੋਂ ਜ਼ਿਆਦਾ ਕੀਮਤੀ ਹੈਗੀ ਔਰ ਸਭ ਤੋਂ ਜ਼ਿਆਦਾ ਦੁਰਲਭ ਚੀਜ਼ ਹੈਗੀ ਹੈ। ਪਰਮਾਤਮਾ ਨੇ ਸ੍ਰਿਸ਼ਟੀ ਦੇ ਵਿੱਚ ਇਸ ਤੋਂ ਜ਼ਿਆਦਾ ਦੁਰਲਭ ਚੀਜ਼, ਇਸ ਤੋਂ ਜ਼ਿਆਦਾ ਦੁਰਲਭ ਮਾਲਕ ਪਰਮਾਤਮਾ ਆਪ ਹੈਗਾ। ਸਭ ਤੋਂ ਜ਼ਿਆਦਾ ਕੀਮਤੀ ਔਰ ਸਭ ਤੋਂ ਜ਼ਿਆਦਾ ਦੁਰਲਭ। ਹਰ ਕੀ ਪੂਜਾ ਦੁਲੰਭ ਹੈ, ਦੁਰਲਭ ਨਹੀਂ ਦੁਲੰਭ ਹੈ। ਹਰ ਕੀ ਪੂਜਾ ਦੁਲੰਭ ਹੈ, ਸੰਤੋ ਕਹਿਣਾ ਕਛੂ ਨਾ ਜਾਈ। ਕਹਿੰਦੇ ਭਾਈ ਮਾਲਕ ਪਰਮਾਤਮਾ ਦੀ ਖੇਡ ਹੈਗੀ ਆ। ਉਸਨੇ ਮਾਲਕ ਪਰਮਾਤਮਾ ਨੇ ਸਭ ਤੋਂ ਜਿਹੜਾ ਹੈ ਕੀਮਤੀ ਚੀਜ਼ ਜਿਹੜੀ ਹੈਗੀ, ਇਹਨੂੰ ਬਣਾਇਆ ਮਾਲਕ ਨੇ। ਕਿਉਂਕਿ ਜਿਹੜੇ ਚਾਲ ਦੇ ਵਿੱਚ, ਜਿਹੜੀ ਖੇਡ ਦੇ ਵਿੱਚ ਮਾਲਕ ਨੇ ਪਾਇਆ ਹੈ, ਇਹੀ ਉਸ ਖੇਡ ਨੂੰ ਜਿਤਾ ਸਕਦੀ ਆ। ਇਸ ਕਰਕੇ ਦੁਰਲਭ ਹੈ ਭਾਈ, ਨਹੀਂ ਤਾਂ ਆਪਾਂ ਫਸੇ ਰਵਾਂਗੇ ਵਿੱਚ, ਜੇ ਦੁੱਖ ਸੁੱਖ ਦੇ ਵਿੱਚ, ਜਨਮ ਮਰਨ ਦੇ ਵਿੱਚ ਜਿਹੜਾ ਸਰੀਰ ਦੇ ਵਿੱਚ ਪ੍ਰਕਿਰਤੀ, ਸਰੀਰ ਦੇ ਵਿੱਚ ਕਹਿ ਦੇ ਆਪਾਂ, ਪਤਾ ਨਹੀਂ ਕਿਹੜਾ ਸਰੀਰ ਮਿਲੂਗਾ। ਹਰ ਕੀ ਪੂਜਾ ਦੁਲੰਭ ਹੈ, ਸੰਤੋ ਕਹਿਣਾ ਕਛੂ ਨਾ ਜਾਏ। ਸੰਤੋ ਗੁਰਮੁਖੇ ਪੂਰਾ ਪਾਈ। ਕਹਿੰਦੇ ਪੂਜਾ ਕਰੋਗੇ ਤਾਂ ਹੀ ਪੂਰਾ ਪਰਮਾਤਮਾ ਜਿਹੜਾ ਹੈਗਾ ਉਹ ਪੂਰਨ ਦੇ ਨਾਲ ਉਹ ਪੂਰਾ ਪ੍ਰਗਟ ਹੋਊਗਾ ਆਪਣੇ ਅੰਦਰ। ਸੰਤੋ ਗੁਰਮੁਖ ਪੂਰਾ ਪਾਈ, ਨਾਮੋ ਪੂਜ ਕਰਾਈ। ਕਹਿੰਦੇ ਨਾਮ ਹੀ ਹੈਗਾ ਪੂਜਾ, ਨਾਮ ਦੇ ਦੁਆਰਾ ਹੀ ਪੂਜਾ ਹੋਣੀ ਹੈ। ਨਾਮ ਹੀ ਪੂਜਾ ਹੈਗਾ, ਨਾਮ ਹੀ ਪੂਜਾ ਹੈਗਾ ਭਾਈ। ਨਾਮੋ ਪੂਜ ਕਰਾਈ, ਨਾਮ ਨਹੀਂ ਪੂਜਾ ਕਰਾਉਣੀ ਆ। ਰਹਾਓ ਹਰ ਕੀ ਪੂਜਾ ਦੁਲੰਭ ਹੈ। ਅਸੀਂ 910 ਅੰਗ ਤੇ ਹੈਗੇ ਹਾਂ ਰਾਮਕਲੀ ਰਾਗ ਦੇ ਵਿੱਚ, ਤੀਸਰੀ ਪਾਤਸ਼ਾਹੀ ਦੀ ਤੀਸਰੀ ਅਸ਼ਟਪਦੀ ਲੈ ਰਹੇ। ਹਰ ਕੀ ਪੂਜਾ ਦੁਲੰਭ ਹੈ, ਸੰਤੋ ਕਹਿਣਾ ਕਛੂ ਨਾ ਜਾਏ। ਕਿਹਾ ਨਹੀਂ ਜਾ ਸਕਦਾ ਭਾਈ। ਸਭ ਤੋਂ ਕੀਮਤੀ ਚੀਜ਼ ਦੁਨੀਆ ਦੇ ਵਿੱਚ ਆਹ ਭਗਤੀ ਹੈਗੀ, ਪਰਮਾਤਮਾ ਦੀ ਭਗਤੀ। ਇਹ ਮਾਲਕ ਨੇ ਜਿਹੜਾ ਹੈਗਾ ਸਭ ਤੋਂ ਕੀਮਤੀ ਚੀਜ਼ ਹੈ। ਕੁਛ ਨਹੀਂ ਕਿਹਾ ਜਾ ਸਕਦਾ। ਕਹਿੰਦੇ ਇਹ ਕਿਉਂ ਮਾਲਕ ਨੇ ਰਸਤਾ ਇਹ ਰੱਖਿਆ, ਕਿਉਂ ਇਸ ਖੇਡ ਦੀ ਜਿੱਤ ਜਿਹੜੀ ਇਹਦੇ ਵਿੱਚ ਰੱਖੀ ਹੈ ਮਾਲਕ ਨੇ, ਇਹ ਕੁਛ ਨਹੀਂ ਕਿਹਾ ਜਾ ਸਕਦਾ ਭਾਈ। ਸੰਤੋ ਗੁਰਮੁਖ ਪੂਰਾ ਪਾਏ। ਔਰ ਜੇ ਪੂਰਾ ਪਰਮਾਤਮਾ ਜਿਹੜਾ ਹੈਗਾ, ਜੇ ਮਾਲਕ ਦੇ ਨਾਲ ਮਿਲਾਪ ਕਰਨਾ ਹੈ, ਆਪਾਂ ਨੇ ਗੇਮ 'ਚੋਂ ਬਾਹਰ ਆਉਣਾ ਹੈ, ਅਤੇ ਪਿਆਰਿਓ ਇਹ ਪੂਜਾ ਜਿਹੜੀ ਹੈਗੀ
ਇਹ ਗੁਰੂ ਦੇ ਦੁਆਰਾ, ਬ੍ਰਹਮ ਗਿਆਨੀਆਂ ਦੇ ਦੁਆਰਾ, ਸਤਿਗੁਰੂ ਦੇ ਦੁਆਰਾ ਪੂਜਾ ਕਰਨੀ ਪਊਗੀ ਭਾਈ। ਨਾਮੋ ਪੂਜ ਕਰਾਈ, ਔਰ ਪੂਜਾ ਨਾਮ या पूजा पाए, नाम अभ्यास करना पऊगा, नाम प्रगट करना पऊगा। नौनिध अमृत प्रभ का नाम, देहि में इसका विश्राम। और वो मिलता है जद ਆਪਾਂ ਵਿਚਾਰ ਮਾਇਆ ਜਿਹੜੀ ਹੈਗੀ ਇਹ ਆਪਾਂ ਇਹਨੂੰ ਜਿੱਤ ਲੈਂਦੇ ਹਾਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਜਿੱਤ ਲੈਂਦੇ ਹਾਂ, ਤਦ ਉਹ ਨਾਮ ਪ੍ਰਗਟ ਹੋ ਜਾਂਦਾ ਹੈ। ਨਾਮ ਪ੍ਰਗਟ ਹੁੰਦਾ ਹੈ, ਨਾਮ ਹੀ ਪ੍ਰਗਟ ਹੋ ਜਾਂਦੀ ਹੈ, ਪੂਰਾ ਪਾਇਆ ਜਾਂਦਾ ਹੈ। ਰਹਾਓ ਹਰ ਬਿਨ ਸਭ ਕਿਛ ਮੈਲਾ ਸੰਤੋ, ਕਿਆ ਹੋ ਪੂਜ ਚੜਾਈ। ਹੁਣ ਬਾਹਰ ਦੇਖੋ, ਕੋਈ ਕੁਛ ਚੜਾ ਰਿਹਾ, ਕੋਈ ਕੁਛ ਚੜਾ ਰਿਹਾ, ਕੋਈ ਫੁੱਲ ਚੜਾ ਰਿਹਾ, ਕੋਈ ਕੁਛ ਚੜਾ ਰਿਹਾ, ਕੋਈ ਖਾਣ ਦਾ ਸਮਾਨ ਚੜਾ ਰਿਹਾ, ਕੋਈ ਕੁਛ ਲੈ ਕੇ ਜਾਂਦਾ, ਕਹਿੰਦੇ ਕੋਈ ਚੰਦਨ ਚੜਾ ਰਿਹਾ, ਪਤਾ ਨਹੀਂ ਕੀ ਕੁਛ। ਕਹਿੰਦੇ ਸਾਰਾ ਕੁਛ ਤਾਂ ਮੈਲਾ ਹੈਗਾ। ਸਾਰਾ ਕੁਛ ਜਿਹੜਾ ਹੈਗਾ, ਜੋ ਕੁਛ ਵੀ ਤੂੰ ਚੜਾ ਰਿਹਾ ਹੈ, ਜੋ ਵੀ ਤੂੰ ਜਿਹਦੇ ਨਾਲ ਪੂਜਾ ਕਰਨਾ ਚਾਹੁੰਦਾ ਹੈ ਪਿਆਰਿਆ, ਉਹ ਸੱਚ ਥੋੜ੍ਹੀ ਨਾ ਹੈਗਾ। ਉਹ ਤਾਂ ਪੰਜਾਂ ਤੱਤਾਂ ਦੀ ਰਚਨਾ ਹੈਗੀ ਆ। ਉਹ ਤਾਂ ਪੰਜਾਂ ਤੱਤਾਂ ਤੋਂ ਤਾਂ ਤੂੰ ਉੱਪਰ ਉੱਠਣਾ ਹੈ। ਹਰ ਬਿਨ ਸਭ ਕਿਛ ਮੈਲਾ, ਦੁੱਧ ਲੈ ਕੇ ਜਾਏਗਾ, ਬਛੜੇ ਨੇ ਉਹ ਕਰਤਾ ਹੈ, ਫੁੱਲ ਲੈ ਕੇ ਜਾਏਗਾ ਤੇ ਭਵਰੇ ਨੇ ਸੁੰਘ ਲਏ। ਕਿਹੜੀ ਚੀਜ਼ ਲੈ ਕੇ ਜਾਏਗਾ ਪੂਜਾ ਕਰਨ ਵਾਸਤੇ? ਔਰ ਇਹਦੇ ਨਾਲ ਬਾਹਰੋਂ ਪੂਜਾ ਕਿਵੇਂ ਹੋ ਜਾਏਗੀ? ਮਹਾਰਾਜ ਤਾਂ ਕਹਿੰਦੇ ਨਾਮੋਂ ਪੂਜ ਕਰਾਈ। ਹਰ ਬਿਨ ਸਭ ਕਿਛ ਮੈਲਾ ਸੰਤੋ, ਕਿਆ ਹੋ ਪੂਜ ਚੜਾਈ। ਹਰ ਸਾਚੇ ਭਾਵੈ, ਸਾਹ ਪੂਜਾ ਹੋਵੈ, ਪਾਣਾ ਮਨ ਵਸਾਈ। ਕਹਿੰਦੇ ਜੋ ਮਾਲਕ ਨੂੰ ਪਾਉਂਦਾ ਆ ਭਾਈ, ਉਹੀ ਪੂਜਾ ਹੈਗੀ ਆ। ਜੋ ਮਾਲਕ ਨੂੰ ਪਾਉਂਦਾ ਉਹੀ ਪੂਜਾ ਹੈਗੀ। ਤੁਧ ਭਾਵੈ ਤੇਰੀ ਬੰਦਗੀ, ਤੂੰ ਗੁਣੀ ਗਹੀਰਾ। ਹਰ ਸਾਚੇ ਭਾਵੈ, ਸਾਹ ਪੂਜਾ ਹੋਵੈ, ਉਹ ਪੂਜਾ ਆ ਭਾਈ, ਉਹ ਪੂਜਾ ਹੈਗੀ। ਇੱਥੇ ਕਿੱਥੇ ਦੇਖੋ, ਕਿੱਥੇ ਹੈਗਾ ਕੋਈ ਕਰਮ ਕਾਂਡ ਦਾ ਕੋਈ ਚਾਂਸ ਹੈਗਾ? ਦੱਸੋ ਕਿਸ ਪਾਸੇ ਹੈਗਾ ਕੋਈ ਕਰਮ ਕਾਂਡ ਦਾ ਚਾਂਸ? ਬਾਹਰਲੀ ਪੂਜਾ, ਬਾਹਰਲੀ ਰਹਿਤ ਮਰਿਆਦਾ ਕਿੱਥੇ ਰੱਖੀ ਹੋਈ ਹੈ? ਕਿੱਥੇ ਹੈਗੀ ਆ? ਹਰ ਸਾਚੇ ਭਾਵੈ, ਸਾਹ ਪੂਜਾ ਹੋਵੈ, ਪਾਣਾ ਮਨ ਵਸਾਈ। ਕਹਿੰਦੇ ਪਾਣਾ, ਪਰਮੇਸ਼ਰ ਦਾ ਪਾਣਾ, ਜੋ ਮਾਲਕ ਚਾਹੁੰਦਾ ਆ, ਜੋ ਹੋ ਰਿਹਾ ਆ, ਜੋ ਵਰਤ ਰਿਹਾ ਆ, ਉਹਨੂੰ ਮਨ ਦੇ ਵਿੱਚ ਵਸਾ। ਪੂਜਾ ਕਰੈ ਸਭ ਲੋਕ ਸੰਤੋ, ਮਨ ਮੁਖੇ ਥਾਏ ਨਾ ਪਾਏ। ਦੁਨੀਆ ਸਾਰੀ ਜਿਹੜੀ ਪੂਜਾ ਕਰ ਰਹੀ ਹੈ, ਮਨ ਦੇ ਰਾਹੀਂ ਕਰ ਰਹੀ। ਕਹਿੰਦੇ ਮਨ ਦੇ ਰਾਹੀਂ ਜੋ ਕੁਛ ਵੀ ਕੀਤੀ ਹੈ ਭਾਈ, ਪੂਜਾ ਥਾਏ ਨਹੀਂ ਪਾਏਗੀ, ਨੋਟ ਐਕਸੈਪਟਿਡ। ਪੂਜਾ ਕਰੈ ਸਭ ਲੋਕ ਸੰਤ, ਔਰ ਕਰ ਰਹੇ ਸਾਰੇ। ਮਹਾਰਾਜ ਤਾਂ ਬਾਣੀ ਸਰਟੀਫਾਈ ਕਰ ਰਹੀ ਹੈ ਵੀ ਕਰ ਰਹੇ ਹੈ। ਪੂਜਾ ਕਰੈ ਸਭ ਲੋਕ ਸੰਤੋ, ਮਨ ਮੁਖੇ ਥਾਏ ਨਾ ਪਾਏ। ਪਰ ਮਨ ਦੇ ਦੁਆਰਾ ਕੀਤੀ ਗਈ ਪੂਜਾ ਥਾਏ ਨਹੀਂ ਪਾਏਗੀ। ਮਨਮੁਖ ਤੇ ਗੁਰਮੁਖ ਦੋ ਹੀ ਚੀਜ਼ਾਂ ਹੈਗੀਆਂ, ਦੋ ਹੀ ਰਸਤੇ ਹੈਗੇ ਆ। ਮਨ ਜਿਹੜਾ ਹੈਗਾ ਉਹ ਮਾਇਆ ਵੱਲ ਨੂੰ ਲੈ ਕੇ ਜਾਏਗਾ। ਜਿਹੜਾ ਵੀ ਮਨ ਨੂੰ ਗਾਈਡ ਬਣਾਇਆ, ਮਨ ਦੇ ਹਿਸਾਬ ਦੇ ਨਾਲ ਆਪਾਂ ਆਪਣੇ ਜੀਵਨ ਦੀ ਗੱਡੀ ਚਲਾਈ। ਇੱਕ ਹੈਗੀ ਬ੍ਰਹਮ ਗਿਆਨੀਆਂ ਦੇ ਅਨੁਸਾਰ, ਗੁਰੂ ਦੀ ਮੱਤ ਦੇ ਅਨੁਸਾਰ, ਗੁਰੂ ਦੇ ਅਨੁਸਾਰ। ਕਹਿੰਦੇ ਮਨਮੁਖ ਥਾਏ ਨਾ ਪਾਈ, ਨਹੀਂ ਪਾਈ, ਨੋਟ ਐਕਸੈਪਟਿਡ। ਜਿਹੜੇ ਮਨਮੁਖ ਹੈਗੇ ਉਹ ਸਥਾਨ ਨਹੀਂ ਪਾਉਣਗੇ। ਉਹਨਾਂ ਦੇ ਅੰਦਰ ਜਿਹੜਾ ਹੈਗਾ ਉਹ ਜਿਹੜਾ ਚੌਥਾ ਪਦ ਜਿਹੜਾ ਹੈਗਾ ਸੁਨ ਨਹੀਂ ਪਾਇਆ ਜਾਏਗਾ ਪਾਏ। ਜਿੱਥੇ ਮਨ ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਸੁਨ ਗੁਫਾ ਮੇ ਆਸਣ ਬੈਸਣ, ਕਲਪ ਵਿਵਰਜਿਤ ਪੰਥਾ। ਇਹ ਮਨ ਦੇ ਦੁਆਰਾ ਨਹੀਂ ਮਿਲੇਗਾ। ਸ਼ਬਦੇ ਮਾਰਾ ਮਨ ਨਿਰਮਲ ਸੰਤੋ, ਇਹ ਪੂਜਾ ਥਾਏ ਪਾਈ। ਆ ਲਓ ਪੂਜਾ ਵੀ ਬਿਲਕੁਲ ਦੱਸ ਦਿੱਤੀ। ਹੁਣ ਦੇਖੋ ਅੱਗੇ ਮਹਾਰਾਜ ਜੀ ਪੂਜਾ ਦੱਸੀ ਜਾ ਰਹੇ ਵੀ ਭਗਤੀ ਕੀ ਹੈ, ਕਿਵੇਂ ਕਰਨੀ ਹੈ। ਸੰਤਾਂ ਨੇ ਕਰਨੀ ਹੈ, ਸਾਧਨਾ ਕਰਨ ਵਾਲਿਆਂ ਨੇ ਕਰਨੀ ਹੈ। ਸ਼ਬਦ ਦੇ ਦੁਆਰਾ ਆਪਣੇ ਮਨ ਨੂੰ ਮਾਰਨਾ ਹੈਗਾ। ਸ਼ਬਦ ਦੇ ਦੁਆਰਾ ਮਨ ਨੂੰ ਮਾਰਨਾ ਹੈਗਾ ਭਾਈ। ਆ ਬਾਣੀ ਜਿਹੜੀ ਹੈਗੀ ਇਹ
ਜਿਹੜੀ ਇਹ ਵੀ ਸ਼ਬਦ ਹੈ ਸਾਰੇ ਦੇ ਸਾਰੇ ਗੁਰੂ ਦੀ ਮੱਤ ਹੈਗੇ, ਇਹਦੇ ਦੁਆਰਾ ਜਿਹੜਾ ਹੈਗਾ ਉਹ ਅਨੰਤ ਸ਼ਬਦ ਅੰਦਰ ਪ੍ਰਗਟ ਹੋ ਜਾਂਦੇ। ਸ਼ਬਦ ਹੈਗੀ ਉਹਦਾ ਵਰਡ, ਮਾਲਕ ਪਰਮਾਤਮਾ ਦਾ। ਕ੍ਰਿਸਚਨ ਦੇ ਵਿੱਚ ਕ੍ਰਾਈਸਟ ਵੀ ਇਹੀ ਕਹਿੰਦੇ ਆ ਭਾਈ। ਸ਼ਬਦ ਮਾਰਾ ਮਨ ਨਿਰਮਲ ਸੰਤੋ ਇਹ ਪੂਜਾ ਥਾਂ ਪਾਈ। ਆਹ ਪੂਜਾ ਹੈ ਭਾਈ, ਇਹ ਪੂਜਾ ਐਕਸੈਪਟਡ ਹੈ। ਮਨ ਨਿਰਮਲ ਹੋਏਗਾ, ਮਨ ਨਿਰਮਲ ਨਹੀਂ ਹੋ ਰਿਹਾ, ਆਪਣੇ ਅਵਗੁਣ ਨਹੀਂ ਜਾ ਰਹੇ, ਤੇ ਭਾਈ ਫਿਰ ਆਪਾਂ ਤਾਂ ਪੂਜਾ ਨਹੀਂ ਕਰ ਰਹੇ, ਆਪਾਂ ਭਗਤੀ ਨਹੀਂ ਕਰ ਰਹੇ ਭਾਈ। ਪਵਿੱਤ ਪਾਵਨ ਸੇ ਜਨ ਸਾਚੇ ਏਕ ਸ਼ਬਦ ਲਿਵ ਲਾਈ। ਦੇਖ ਲਓ, ਜਿਨ੍ਹਾਂ ਦੇ ਵਿਚਾਰ ਬੰਦ ਹੋ ਗਏ, ਸ਼ਬਦ ਦੇ ਦੁਆਰਾ ਲਿਵ ਲੱਗ ਗਈ ਜਿਨ੍ਹਾਂ ਦੀ, ਸ਼ਬਦ ਦੇ ਨਾਲ ਲਿਵ ਲਗਾ ਲਈ ਜਿਨ੍ਹਾਂ ਨੇ, ਉਹ ਪਤਿਤ ਤੋਂ ਪਵਿੱਤਰ ਹੋ ਗਏ ਭਾਈ। ਪਵਿੱਤ ਪਾਵਨ, ਪਤਿਤ ਤੋਂ ਪਵਿੱਤ, ਪਾਵਨ ਹੋ ਗਏ, ਬਿਲਕੁਲ ਸੱਚੇ ਹੋ ਗਏ। ਸੇ ਜਨ ਸਾਚੇ, ਕਿਉਂਕਿ ਉਹ ਸੱਚ ਦੇ ਨਾਲ ਜੁੜ ਗਏ। ਬਾਕੀ ਸਾਰਾ ਜੋ ਕੁਝ ਵੀ ਦਿਸ ਰਿਹਾ ਆਪਾਂ ਨੂੰ, ਇਹ ਝੂਠ ਹੈਗਾ। ਪਵਿੱਤ ਪਾਵਨ ਸੇ ਜਨ ਸਾਚੇ ਏਕ ਸ਼ਬਦ ਲਿਵ ਲਾਈ। ਬਿਨ ਨਾਮੈ ਹੋਰ ਪੂਜ ਨਾ ਹੋਵੀ, ਪਰ ਮੈਂ ਭੂਲੀ ਲੁਕਾਈ। ਦੇਖੋ ਫਿਰ ਵਾਪਸ ਮਹਾਰਾਜ ਕਹਿ ਰਹੇ ਭਾਈ, ਨਾਮ ਤੋਂ ਬਗੈਰ ਕੋਈ ਪੂਜਾ ਹੋ ਹੀ ਨਹੀਂ ਸਕਦੀ। ਧਿਆਨ ਸਿਮਰਨ ਤੋਂ ਇਲਾਵਾ ਕੋਈ ਪੂਜਾ, ਕੋਈ ਭਗਤੀ ਨਹੀਂ ਹੈਗੀ, ਕੋਈ ਭਗਤੀ ਨਹੀਂ ਹੈਗੀ। ਬਿਨ ਨਾਮੇ ਆ ਬਾਣੀ ਹੈ ਜੀ, ਗੁਰੂ ਗ੍ਰੰਥ ਸਾਹਿਬ ਦੀ ਤੀਸਰੀ ਪਾਤਸ਼ਾਹੀ ਬੋਲ ਰਹੀ ਹੈ। ਬਿਨ ਨਾਮੈ ਹੋਰ ਪੂਜ ਨਾ ਹੋਵੀ, ਪਰ ਮੈਂ ਭੁੱਲੀ ਲੁਕਾਈ। ਕਹਿੰਦੇ ਲੁਕਾਈ ਪਰਮ ਭੁੱਲੀ ਹੈ, ਤੂੰ ਭੁੱਲਣਾ ਹੈ, ਪਿੱਛੇ ਲੱਗਣਾ ਹੈ ਉਹਨਾਂ ਦੇ ਲੁਕਾਏ ਦੇ। ਤੂੰ ਵੀ ਕਰੀ ਜਾ, ਤੂੰ ਆਪਣਾ ਜਨਮ ਗਵਾਉਣਾ ਹੈ ਤੇ ਤੂੰ ਵੀ ਗਵਾ ਲਾ। ਗੁਰਮੁਖੇ ਆਪ ਪਛਾਣੇ ਸੰਤੋ ਰਾਮ ਨਾਮੇ ਲਿਵ ਲਾਈ। ਗੁਰੂ ਦੇ ਰਾਹੀਂ, ਬ੍ਰਹਮ ਗਿਆਨ ਦੇ ਦੁਆਰਾ, ਇਹ ਮੈਗਨੇਟ ਹੈਗਾ, ਇਹਦੇ ਨਾਲ ਟੈਸਟ ਕਰ ਆਪਣੇ ਆਪ ਨੂੰ, ਆਪਣੇ ਆਪ ਨੂੰ ਪਛਾਣ, ਆਪਣੇ ਅਵਗੁਣਾਂ ਨੂੰ ਦੇਖ। ਰਾਮ ਨਾਮੇ ਲਿਵ ਲਾਈ, ਤਾਂ ਲਿਵ ਲੱਗੂਗੀ। ਆਪਣੇ ਵਿਚਾਰ, ਅਵਗੁਣ ਕੀ ਹੈ? ਵਿਚਾਰ। ਗੁਰਮੁਖੇ ਆਪ ਪਛਾਣੇ ਸੰਤੋ ਰਾਮ ਨਾਮੇ ਲਿਵ ਲਾਈ। ਰਾਮ ਨਾਮ ਦੇ ਦੁਆਰਾ, ਰਾਮ ਨਾਮ ਦੇ ਨਾਲ ਲਿਵ ਲਗਾ ਲਾ, ਨਾਮ ਅੰਦਰ ਪ੍ਰਗਟ ਹੋ ਜਾਏਗਾ ਤੇਰੇ। ਆਪੇ ਨਿਰਮਲ ਪੂਜ ਕਰਾਏ, ਗੁਰ ਸ਼ਬਦੀ ਥਾਂ ਪਾਈ। ਨਹੀਂ ਪਤਾ ਆ ਗੁਰੂ ਦੀ ਮੱਤ ਆ, ਗੁਰੂ ਦੇ ਸ਼ਬਦ ਆ, ਗੁਰੂ ਦਾ ਗਿਆਨ ਹੈਗਾ, ਇਹਦੇ ਨਾਲ ਇਹ ਤੋਂ ਲੈ ਲਾ ਜੋ ਮਹਾਰਾਜ ਕਹਿ ਰਹੇ ਆ, ਤੀਸਰੀ ਪਾਤਸ਼ਾਹੀ ਜਿਹੜੀ ਪੂਜਾ ਕਰਨ ਵਾਸਤੇ ਕਹਿ ਰਹੇ ਆ। ਇਹ ਨਿਰਮਲ ਪੂਜਾ ਹੈ, ਇਹਨੇ ਤੈਨੂੰ ਨਿਰਮਲ ਕਰ ਦੇਣਾ ਆ। ਮਾਲਕ ਨੇ ਆਪ ਕਰਾਉਣੀ ਆ। ਆਪੇ ਨਿਰਮਲ ਪੂਜ ਕਰਾਏ, ਗੁਰ ਸ਼ਬਦੀ ਥਾਂ ਪਾਈ। ਆਇਆ ਗੁਰਮਤ, ਗੁਰੂ ਦੇ ਸ਼ਬਦ ਦੇ ਦੁਆਰਾ, ਗੁਰਮਤ ਦੇ ਦੁਆਰਾ ਇਹ ਥਾਂ ਪਾਏਗੀ। ਪੂਜਾ ਕरें ਪਰ ਵਿਧ ਨਹੀਂ ਜਾਣੇ, ਦੂਜੇ ਪਾਏ ਮਲ ਲਾਈ। ਪੂਜਾ ਕਰਦੇ ਆ, ਸਮਾਂ ਲਗਾਉਂਦੇ ਆ, ਪਰ ਵਿਧੀ ਨਹੀਂ ਪਤਾ, ਪਤਾ ਹੀ ਨਹੀਂ। ਆ ਪੂਜਾ ਤਾਂ ਭਾਈ ਧਿਆਨ ਸਿਮਰਨ ਕਰਨਾ, ਉਹ ਤਾਂ ਪਤਾ ਨਹੀਂ ਕਿੱਥੇ ਕਿੱਥੇ ਜਾਂਦੇ ਆ ਤੀਰਥਾਂ ਦੇ ਉੱਤੇ। ਕੋਈ ਕਿਤੇ ਮੱਕੇ ਨੂੰ ਤੁਰ ਰਿਹਾ, ਕੋਈ ਹਜੂਰ ਸਾਹਿਬ ਤੁਰ ਰਿਹਾ, ਕੋਈ ਜਿਹੜਾ ਹੇਮਕੁੰਡ ਜਾ ਰਿਹਾ, ਕੋਈ ਬਦਰੀਨਾਥ, ਕੇਦਾਰਨਾਥ, ਕੋਈ ਕਾਲੀ ਦੇਵੀ, ਕਿਤੇ ਕਿਤੇ ਜਾ ਰਹੇ। और बस अब और देखो पाठ करी जा रहे हैं, आप पाठ करी जा रहे हैं और इसे ਨੂੰ ਸਮਝਦੇ ਹਾਂ ਵੀ ਆ ਭਗਤੀ ਆ ਪੂਜਾ ਹੈਗੀ। ਪਰ ਬਾਣੀ ਦੇਖੋ, ਬਾਣੀ ਤਾਂ ਬੋਲ ਰਹੀ ਜਿਹੜਾ ਤਾਂ ਪਾਠ ਕਰ ਰਿਹਾ ਉਹ ਪਾਠ ਤਾਂ ਰਿਜੈਕਟ ਕਰ ਰਿਹਾ ਹੈ, ਪਾਠ ਹੀ ਤਾਂ ਰਿਜੈਕਟ ਕਰ ਰਿਹਾ ਭਾਈ। ਪੂਜਾ ਕरें ਪਰ ਵਿਧ ਨਹੀਂ ਜਾਣੇ। ਪਾਠ ਤਾਂ ਕਰਨਾ ਹੈ ਆਪਾਂ ਨੇ, ਪਰ ਪਾਠ ਜੋ ਕਹਿ ਰਿਹਾ ਆ ਉਹਦੇ ਚੋਂ ਪੂਜਾ ਵੀ ਤਾਂ ਲੱਭਣੀ ਆ, ਉਹ ਪੂਜਾ ਵੀ ਤਾਂ ਕਰਨੀ ਆ ਆਪਾਂ ਨੇ। ਪਾਠ ਤਾਂ ਵੀਰ ਜੀ ਵਿਧੀ ਹੈ ਇੱਕ, ਉਹ ਵਿਧੀ ਨੂੰ ਅਸੀਂ ਬੋਲ ਕੇ ਕਰਨ ਨਾਲ ਕੁਝ ਹੋ ਜਾਊਗਾ? ਉਹ ਚ ਲੈ ਉਹ ਅਸਲ ਤੱਤ ਗਿਆਨ ਲੈ ਕੇ ਅਸੀਂ ਬੈਠਣਾ। ਇਹੀ ਤਾਂ ਪਤਾ ਨਹੀਂ ਕੀ ਹੋ ਰਿਹਾ ਸੰਸਾਰ ਦੇ ਅੰਦਰ। ਪੂਜਾ ਥੋੜਾ ਜਿਹਾ ਹੋਰ ਐਕਸਪਲੇਨ ਕਰਿਓ, ਪੂਜਾ ਦੇ ਵਿੱਚ ਕੀ ਆਉਂਦਾ? ਪੂਜਾ ਦੇ ਵਿੱਚ ਸਿਰਫ ਧਿਆਨ ਸਿਮਰਨ ਆਉਂਦਾ ਹੈ ਵੀਰ ਜੀ, ਬਸ ਕੁਛ ਨਹੀਂ ਆਉਂਦਾ। ਬਸ ਆਪਣੇ ਅੰਦਰ ਵੜਨਾ ਹੈ, ਆਪਣੇ ਵਿਚਾਰ ਉਹ ਗੁਰਬਾਣੀ ਕਹਿੰਦੇ ਪੂਜਾ ਕੀਚੈ ਨਾਮ ਧਿਆਈ ਹੈ, ਬਿਨ ਨਾਮੇ ਪੂਜ ਨਾ ਨਾਮੇ ਪੂਜ ਨਾ ਹੋਈ, ਹੈ ਨਾ। ਹਾਂ, ਇਸੇ ਪਾਤਸ਼ਾਹੀ ਦਾ ਸ਼ਬਦ ਹੈ, ਤੀਸਰੀ ਪਾਤਸ਼ਾਹੀ ਦਾ।
पूजा कीचे नाम ते आई है, बिन नामे पूजना हुई। बिल्कुल क्लियर, क्रिस्टल क्लियर है पूजा। पूजा करें पर विद नहीं जाने, दूजे पाए मल लाई। ਕਹਿੰਦੇ ਉਹਦੇ ਨਾਲ ਹੋਰ ਮੈਲ ਲੱਗ ਜਾਣੀ ਤੇਰੀ। ਹਉਮੈ ਹੀ ਤਾਂ ਖਤਮ ਕਰਨੀ ਆਪਾਂ ਨੇ। ਆਪਣੇ ਆਪ ਨੂੰ ਆਪਾਂ ਹੈ ਨਹੀਂ ਗੇ ਕੁਛ, ਆਪਾਂ ਕਰਤਾ ਬਣੇ ਹੋਏ ਆ। ਬਸ ਆਪਾਂ ਜਦ ਆਪਾਂ ਆਪਣੇ ਆਪ ਨੂੰ ਸਮਝ ਲਿਆ ਤੇ ਆਪਾਂ ਫਿਰ ਆਪਾਂ ਮਰਨਾ ਭੁੱਲ ਗਏ, ਬਸ ਖਤਮ। ਜਦ ਆਪਾਂ ਨੇ ਸਮਝ ਲਿਆ ਵੀ ਮੈਂ ਸਰੀਰ ਹੈਗਾ ਤੇ ਫਿਰ ਮਰਨਾ ਕਿਹਨੂੰ ਚੇਤੇ ਆ। ਫਿਰ ਤਾਂ ਸਰੀਰ ਦੇ ਦੁਆਰਾ ਜੋ ਵੀ ਸਰੀਰ ਮੰਗਦਾ ਉਹ ਦੇਈ ਜਾਓ। ਜੂਨਾਂ ਤਾਂ ਲੰਘ ਜਾਂਦੀਆਂ ਆਪਣੀਆਂ, ਮਨੁੱਖ ਜੂਨ ਪੂਰੀ ਚਲੇ ਜਾਂਦੀ ਹੈ ਸਰੀਰ ਨੂੰ ਖਿਲਾਉਂਦੇ ਪਿਲਾਉਂਦੇ ਪਾਏ, ਇਸੇ ਨੂੰ ਪਾਲਦੇ ਪੋਸਦੇ ਹੀ ਚਲੇ ਜਾਂਦੀ ਆ। ਅੰਦਰ ਆਤਮਾ ਮਨ ਜਿਹੜਾ ਹੈਗਾ ਉਹਨੂੰ ਤਾਂ ਕੋਈ ਖੁਰਾਕ ਹੈ ਨਹੀਂ। ਆਤਮਾ ਤੱਕ ਦੀ ਯਾਤਰਾ ਹੁੰਦੀ ਨਹੀਂ ਹੈ, ਬਸ ਸਰੀਰ ਤੱਕ ਦੀ ਯਾਤਰਾ। ਸਰੀਰ ਨੂੰ ਹੀ ਖਿਲਾਈ ਜਾਓ, ਪੜਾਈ ਜਾਓ, ਔਰ ਸਰੀਰ ਨੂੰ ਫਿਰ ਸਾੜ ਦੋ ਬਸ। ਪੂਜਾ ਕरें पर विद नहीं जाने, दूजे पाए मल लाई। गुरमुख होवे सो पूजा जाने, पाना मन वसाई। देखो फिर बाणी कह रही है भाई, जब तक तू ब्रह्म ज्ञान नहीं लेंदा, गुरु दे अनुसार नहीं चलदा। गुरमुख ਦਾ ਮਤਲਬ ਹੈ ਪ੍ਰੈਕਟੀਕਲ। ਗੁਰਮਤ ਲੈ ਕੇ ਚੱਲਣਾ, ਉਹਨੂੰ ਗੁਰਮੁਖ ਕਹਿੰਦੇ ਆ। ਗੁਰਮੁਖ ਜਿਹੜਾ ਹੈਗਾ ਇਹ ਜਿਹੜਾ ਪੂਜਾ ਕਰ ਰਿਹਾ ਆ ਉਹ ਆ ਭਾਈ ਗੁਰਮੁਖ ਹੋਵੇ ਸੋ ਪੂਜਾ ਜਾਣੇ। ਉਹਨੂੰ ਪਤਾ ਲੱਗੂਗੀ ਪੂਜਾ ਕੀ ਆ ਭਾਈ। ਪਾਣਾ ਮਨ ਵਸਾਈ, ਪਾਣੇ ਨੂੰ ਮਨ ਦੇ ਵਿੱਚ ਵਸਾਏਗਾ ਉਹ। ਪਰਮਾਤਮਾ ਦਾ ਆਹੀ ਪਾਣਾ ਹੈਗਾ, ਔਰ ਜੋ ਹੋ ਰਿਹਾ ਆ, ਜੋ ਕਰ ਰਿਹਾ ਹੈ ਮਾਲਕ ਪਰਮਾਤਮਾ, ਉਹਦਾ ਪਾਣਾ ਹੈ। ਪਾਣੇ ਤੇ ਸਭ ਸੁਖ ਪਾਵੈ, ਸੰਤੋ ਅੰਤੇ ਨਾਮ ਸਖਾਏ। ਸਾਰੇ ਸੁਖ ਪ੍ਰਾਪਤ ਹੋ ਜਾਣਗੇ ਕਹਿੰਦੇ ਇਸ ਪਾਣੇ ਦੇ ਨਾਲ। ਔਰ ਨਾਮ ਜਿਹੜਾ ਹੈਗਾ ਹੁਣ ਵੀ ਇਸ ਜਨਮ ਦੇ ਵਿੱਚ ਵੀ, ਆਲੋਕ ਦੇ ਵਿੱਚ ਵੀ, ਪਰਲੋਕ ਦੇ ਵਿੱਚ ਵੀ, ਉੱਥੇ ਤੱਕ। ਇਹ ਪਰਲੋਕ ਕੀ ਮਤਲਬ ਬਈ ਸਰੀਰ ਛੱਡਣ ਤੋਂ ਬਾਅਦ ਅੰਤ ਵੇਲੇ ਵੀ ਨਾਮ ਹੀ ਸਾਥੀ ਹੋਏਗਾ। ਇਹ ਸਾਥੀ ਹੁੰਦਾ ਹੈ, ਅੱਗੇ ਤੱਕ ਜਾਂਦਾ ਹੈ। ਆਪਣਾ ਆਪ ਨਾ ਪਛਾਣੇ ਸੰਤੋ, ਕੂੜ ਕਰੇ ਵਡਿਆਈ। ਪਰ ਨਹੀਂ ਜਿਹੜੇ ਆਪਣੇ ਆਪ ਨੂੰ ਪਛਾਣਦੇ ਪਾਏ। ਆਪਣਾ ਆਪ ਪਛਾਣਨਾ ਕੀ ਹੈ? ਆਪਣੇ ਅਵਗੁਣ ਕੱਢਣੇ। ਆਪਣੇ ਅਵਗੁਣ ਕੱਢਣੇ ਕੀ ਹੈ? ਆਪਣੀ ਹਉਮੈ ਨੂੰ ਮਾਰਨਾ, ਮਨ ਦੇ ਉੱਤੇ ਕੰਟਰੋਲ ਕਰਨਾ। ਆਪਣਾ ਆਪ ਨਾ ਪਛਾਣੇ ਸੰਤੋ, ਕੂੜ ਕਰੇ ਵਡਿਆਈ। ਕੂੜੀ ਵਡਿਆਈ ਹੈ ਭਾਈ, ਫੋਕੀ ਆਪਣੀ ਹਉਮੈ। ਆਪਣੇ ਆਪ ਨੂੰ ਫੀਲਿੰਗ ਲਈ ਜਾਂਦੇ ਆ ਆਪਾਂ। ਪਾਖੰਡ ਕੀਨੇ ਜਮ ਨਹੀਂ ਛੋੜੈ, ਲੈ ਜਾਸੀ ਪਤ ਗਵਾਈ। ਪਰ ਅੱਗੇ ਤਾਂ ਕਾਨੂੰਨ ਤਾਂ ਮਾਲਕ ਦਾ ਤਾਂ ਸੱਚੋ ਸੱਚ ਨਿਬੜਦਾ ਉੱਥੇ ਤਾਂ ਪਾਈ। ਉੱਥੇ ਸੱਚੋ ਸੱਚ ਨਿਬੜੇ, ਚੁਣ ਵੱਖ ਕੱਢੇ ਜਜ ਮਾਲਿਆ। ਜਜ ਮਾਲਿਆ ਕਹਿੰਦੇ ਆ ਪਖੰਡ ਕਰਨ ਵਾਲੇ। ਪਾਖੰਡ ਕੀਨੇ ਜਮ ਨਹੀਂ ਛੋੜੈ, ਨਹੀਂ ਛੱਡਦਾ ਪਾਏ। ਲੈ ਜਾਸੀ ਪਤ ਗਵਾਈ। ਔਰ ਦੇਖ ਲਓ ਪਾਏ ਨਹੀਂ, ਉੱਥੇ ਬੇਇੱਜ਼ਤੀ ਹੋਏਗੀ ਫਿਰ ਆਪਣੀ। ਉੱਥੇ ਕੁਛ ਨਹੀਂ ਚੱਲਣਾ। ਆਪਾਂ ਕਹੀਏ ਵੀ ਮੈਨੂੰ ਪਤਾ ਨਹੀਂ ਸੀਗਾ ਜੀ, ਮੈਨੂੰ ਫੇਰ ਮਨੁੱਖੀ ਜੂਨ ਦੇ ਦਿਓ, ਐਵੇਂ ਥੋੜ੍ਹੀ ਨਾ ਹੁੰਦਾ ਹੈ ਭਾਈ। ਉਹ ਤਾਂ ਜਿਹੜਾ ਹੈਗਾ ਬੀਜਿਆ ਕੀ ਆ ਤੂੰ ਲਿਆ ਪਿਆਰਿਆ, ਦੱਸ ਦੇ ਜੋ ਬੀਜ ਕੇ ਲਿਆ ਉਹੀ ਮਿਲਣਾ ਹੈ ਤੈਨੂੰ। ਜਿਨ ਅੰਤਰ ਸ਼ਬਦ ਆਪ ਪਛਾਣੇ, ਗਤ ਮਿਤ ਤਿਨ ਹੀ ਪਾਈ। ਆ ਦੇਖੋ ਕੀ ਕਹਿ ਰਹੀ ਹੈ ਬਾਣੀ। ਗਤ ਤੇ ਮਿਤ ਪਰਮਾਤਮਾ ਦੇ ਬਾਰੇ, ਗਤ ਤੇ ਮਿਤ ਮਾਲਕ ਦੇ ਬਾਰੇ। ਮਾਲਕ ਦੇ ਬਾਰੇ ਪਾਈ ਉਹਨਾਂ ਨੇ ਪਾਈ ਹੈ। ਉਹਨਾਂ ਦੇ ਅੰਦਰ ਹੀ ਪ੍ਰਗਟ ਹੁੰਦਾ ਹੈ, ਉਹਨਾਂ ਦੇ ਅੰਦਰ ਹੀ ਸੱਚ ਪ੍ਰਗਟ ਹੁੰਦਾ ਹੈ। ਉਹ ਜਿਹੜਾ ਹੈਗਾ, ਜਿਹੜਾ ਪਰਮਾਤਮਾ ਜਿਹੜਾ ਨਹੀਂ ਦਿਸਦਾ, ਪਰਮਾਤਮਾ ਜਿਹੜਾ ਹੈਗਾ ਉਹ ਪ੍ਰਗਟ ਹੋ ਜਾਂਦਾ ਹੈ। ਜਿਹਨੇ ਅੰਤਰ ਸ਼ਬਦ ਆਪ ਪਛਾਣੇ, ਜਿਨ੍ਹਾਂ ਨੇ ਆਪਣੇ ਆਪ ਨੂੰ ਪਛਾਣ ਲਿਆ ਔਰ ਅੰਦਰ ਸ਼ਬਦ ਆ ਉਹਨਾਂ ਦੇ। ਵਰਡ ਕ੍ਰਾਈਸਟ ਕਹਿੰਦਾ ਵਰਡ। ਜਿਹਨੇ ਅੰਤਰ ਸ਼ਬਦ ਆਪ ਪਛਾਣੇ, ਗਤ ਮਿਤ ਤਿਨ ਹੀ ਪਾਈ। ਉਹਨਾਂ ਦੀ ਉੱਚੀ ਅਵਸਥਾ ਹੈ ਔਰ ਉਹਨਾਂ ਨੂੰ ਮਾਲਕ ਪਰਮਾਤਮਾ ਦਾ ਬੋਧ ਹੋਇਆ। ਉਹਨਾਂ ਦੇ ਅੰਦਰ ਪ੍ਰਗਟ ਹੋਇਆ ਮਾਲਕ ਪਰਮਾਤਮਾ।
ਕਿਵੇਂ ਕੀ ਕੀਤਾ? ਇਹ ਮਨੁਆ ਸੁੰਨ ਸਮਾਧ ਲਗਾਵੈ। ਆ ਲਓ, ਇੱਥੇ ਪਤਾ ਲੱਗਦਾ ਹੈ ਸੁੰਨ ਦੇ ਵਿੱਚ ਸਮਾਧੀ ਲਾਉਣੀ ਹੈ ਭਾਈ। ਸੁੰਨ ਕਿਹਨੂੰ ਕਹਿੰਦੇ ਆ? ਸੁੰਨ ਸੁੰਨ ਬੜਾ ਸੁੰਨ, ਕੁਛ ਨਹੀਂ ਹੈਗਾ, ਬਲੈਕ ਆਊਟ। ਇਹ ਮਨੁਆ ਮਨ ਨੇ ਮਨ ਦੇ ਵਿੱਚ ਸਮਾਧੀ ਲੱਗਣੀ ਹੈ, ਮਨ ਨੇ ਲਾਉਣੀ ਹੈ ਸਮਾਧੀ। ਆ ਸੁਰਤ ਜਿਹੜੀ ਹੈਗੀ ਅੰਦਰ ਹੋ ਜਾਣੀ ਹੈ, ਮਨ ਦੇ ਵਿੱਚ ਦੀ ਲੰਘ ਜਾਣੀ ਹੈ ਸੁਰਤ, ਚੇਤਨਤਾ ਮਨ ਦੇ ਵਿੱਚੋਂ ਦੀ ਲੰਘ ਜਾਣੀ ਹੈ। ਇਹ ਮਨੁਆ ਸੁੰਨ ਸਮਾਧ ਲਗਾਵੇ। ਅੱਗੇ ਕੀ? ਅੱਗੇ ਤਾਂ ਆਤਮਾ ਹੈਗੀ, ਜੋਤ ਹੈਗੀ ਆ ਭਾਈ, ਉਹ ਨਿਊਟਰਲ ਹੈਗੀ ਆ। ਜੋਤੀ ਜੋਤ ਮਿਲਾਈ, ਮਿਲ ਗਈ ਜੋਤ ਦੇ ਵਿੱਚ ਜੋਤ। ਇਹ ਮਨੁਆ ਸੁੰਨ ਸਮਾਧ ਲਗਾਵੇ, ਜੋਤੀ ਜੋਤ ਮਿਲਾਈ। ਸੁਣ ਸੁਣ ਗੁਰਮੁਖੇ ਨਾਮ ਵਖਾਣਾ, ਸਤ ਸੰਗਤ ਮਿਲਾਈ। ਜਿਨ੍ਹਾਂ ਨੂੰ ਸਾਧ ਸੰਗਤ ਸਤ ਸੰਗਤ ਮਿਲ ਜਾਂਦੀ ਆ, ਉਹ ਭਾਈ ਗੁਰੂ ਦੀ ਮੱਤ ਲੈ ਲੈ ਕੇ, ਗੁਰੂ ਤੋਂ ਗਿਆਨ ਲੈ ਲੈ ਕੇ, ਗੁਰੂ ਦੇ ਅਨੁਸਾਰ ਜਿਹੜਾ ਹੈਗਾ ਭਗਤੀ ਕਰਦੇ ਆ। ਸੁਣ ਸੁਣ ਗੁਰਮੁਖੇ ਨਾਮ ਵਖਾਣੇ। ਨਾਮ ਵਖਾਣੇ ਕੀ ਹੈ? ਭਗਤੀ ਕਰਨੀ। ਆ ਸੁਣ, ਇਹ ਮਨੁਆ ਸੁਣ ਸਮਾਧ ਲਗਾਵੇ, ਆਇਆ ਨਾਮ ਵਖਾਣਾ। ਬਾਣੀ ਜਿਹੜੀ ਬੁੱਝਣੀ ਹੈ ਬਾਣੀ ਭਾਈ, ਇਹ ਤਾਂ ਬੁਝਾਰਤ ਹੈਗੀ। ਇਹ ਮੁਦਾਵਣੀ ਸਤਿਗੁਰੂ ਪਾਈ, ਗੁਰਸਿੱਖਾਂ ਲੱਦੀ ਪਹਾੜ ਵਿੱਚ ਸੰਗਤ ਹਰ ਪ੍ਰਭ ਵਰਤਦਾ, ਬੁੱਝੋ ਸ਼ਬਦ ਵਿਚਾਰ। ਸੁਣ ਸੁਣ ਗੁਰਮੁਖੇ ਨਾਮ ਵਖਾਣੇ, ਸਤ ਸੰਗਤ ਮਿਲਾਈ। ਜਿਨ੍ਹਾਂ ਨੂੰ ਸਤ ਸੰਗਤ ਮਿਲ ਜਾਂਦੀ ਹੈ ਭਾਈ, ਗੁਰੂ ਦੀ ਸੰਗਤ ਮਿਲ ਗਈ, ਗੁਰੂ ਦਾ ਗਿਆਨ ਮਿਲ ਗਿਆ, ਗੁਰੂ ਦਾ ਗਿਆਨ ਲੈ ਲੈ ਕੇ ਸੁਣ ਕੇ, ਔਰ ਉਹਨਾਂ ਨੇ ਕੀ ਕਰਨਾ? ਭਗਤੀ ਕਰਦੇ ਆ। ਭਗਤੀ ਕਰਕੇ ਸੁਣ ਦੇ ਵਿੱਚ ਚਲੇ ਜਾਂਦੇ ਆ, ਜੋਤੀ ਦੇ ਵਿੱਚ ਜੋਤ ਮਿਲ ਜਾਂਦੀ ਹੈ। ਗੁਰਮੁਖ ਗਾਵੈ ਆਪ ਗਵਾਵੈ, ਦਰ ਸਾਚੇ ਸੋਭਾ ਪਾਏ। ਇਸ ਤਰ੍ਹਾਂ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਗੁਰੂ ਦੇ ਰਾਹੀਂ, ਬ੍ਰਹਮ ਗਿਆਨੀਆਂ ਦੇ ਰਾਹੀਂ ਭਗਤੀ ਕਰਾਉਂਦਾ ਹੈ, ਆਪ ਕਰਾਉਂਦਾ ਹੈ ਮਾਲਕ ਪਰਮਾਤਮਾ, ਔਰ ਸੱਚੇ ਦਰ 'ਤੇ ਸੋਭਾ ਹੋ ਜਾਂਦੀ ਹੈ ਉਹਨਾਂ ਦੀ। ਔਰ ਗੁਰਮੁਖ ਕੀ ਕਰਦੇ? ਜਿਹੜਾ ਗੁਰੂ ਦੇ ਰਾਹੀਂ ਭਗਤੀ ਕਰਦਾ ਹੈ, ਗੁਰਮੁਖ ਗਾਵੈ, ਜਿਹੜਾ ਗੁਰੂ ਦੇ ਰਾਹੀਂ ਗਾਉਂਦਾ ਹੈ। ਗਾਉਣਾ ਕੀ ਆ? ਉਹੀ ਧਿਆਨ ਸਿਮਰਨ, ਉਹੀ ਸੁਨ ਸਮਾਧ। ਔਰ ਆਪ ਗਵਾਵੇ। ਇਹਦਾ ਜਿਹੜਾ ਗਵਾਵੇ, ਗਾਉਣ ਦੀ ਗੱਲ ਨਹੀਂ ਹੈ, ਇਹ ਜਿਹੜਾ ਹੈਗਾ ਆਪਣੇ ਆਪ ਨੂੰ ਛੱਡਣਾ ਹੈਗਾ। ਬਾਣੀ ਦੀ ਉਚਾਈ ਫੜਨੀ ਬਹੁਤ ਮੁਸ਼ਕਲ ਹੈ। ਮਾਲਕ ਮਿਹਰ ਕਰੇ ਤੇ ਦੇ ਦੇ, ਕਿਣਕਾ ਦੇ ਦੇ। ਅਸੀਂ ਤਾਂ ਪਹਿਲਾਂ ਤਾਂ ਦੇਖੋ ਗਾਵੇ ਨੂੰ ਗਾਉਣਾ ਹੀ ਸਮਝ ਕੇ ਜਿਹੜੇ ਇਹਦੇ ਅਰਥ ਕਰ ਦਿੱਤੇ। ਇੱਥੇ ਤਾਂ ਕਹਿੰਦੇ ਆਪ ਗਵਾਵੇ, ਆਪਣੇ ਆਪ ਨੂੰ ਗਵਾ ਦੇ, ਆਪਣੀ ਹਉਮੈ ਨੂੰ ਛੱਡ ਦੇ। ਜਿੱਦਾਂ ਵੀਰ ਜੀ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ। ਹਾਂ, ਗੁਰਮੁਖ ਗਾਵੇ ਆਪ ਗਵਾਵੇ, ਦਰ ਸਾਚੇ ਸੋਭਾ ਪਾਏ। ਤਾਂ ਆ ਦਰ ਸੱਚੇ ਦੇ ਵਿੱਚ ਸੋਭਾ ਪੈਣੀ ਹੈ ਭਾਈ। ਜਿਹੜਾ ਗੁਰੂ ਦੇ ਅਨੁਸਾਰ ਜਿਹੜਾ ਭਗਤੀ ਕਰਦਾ ਹੈ, ਗੁਰਮੁਖ ਗਾਵੇ, ਜਿਹੜਾ ਗੁਰੂ ਦੇ ਅਨੁਸਾਰ ਗਾਉਂਦਾ। ਗਾਉਣਾ ਕੀ ਹੈ? ਭਗਤੀ ਕਰਨੀ, ਧਿਆਨ ਸਿਮਰਨ ਕਰਨਾ, ਨਾਮ ਨੂੰ ਵਖਾਨਣਾ, ਸੁਣਨ ਦੇ ਵਿੱਚ ਮਨੁਏ ਨੂੰ ਲੈ ਕੇ ਜਾਣਾ। ਗੁਰਮੁਖ ਗਾਵੇ ਆਪ ਗਵਾਵੇ, ਦਰ ਸਾਚੇ ਸੋਭਾ ਪਾਈ। ਪਰਮਾਤਮਾ ਦੇ ਦਰ 'ਤੇ ਪਹੁੰਚ ਜਾਂਦਾ, ਸੋਭਾ ਹੋ ਜਾਂਦੀ ਹੈ। ਸਾਚੀ ਬਾਣੀ ਸੱਚ ਵਖਾਣਾ, ਸੱਚ ਨਾਮ ਲਿਵ ਲਾਈ। ਆ ਸੱਚੀ ਬਾਣੀ ਹੈ ਭਾਈ, ਸੱਚ ਨੂੰ ਵਖਾਣਦੀ ਆ, ਔਰ ਸੱਚੇ ਨਾਮ ਦੇ ਰਾਹ ਇਸੇ ਦੇ ਦੁਆਰਾ ਲਿਵ ਲੱਗਣੀ ਹੈ ਭਾਈ, ਇਸੇ ਦੇ ਵਿੱਚ ਲਿਵ ਲੱਗਣੀ ਹੈ। ਸੱਚ ਨਾਮ ਲਿਵ ਲਾਈ। ਪੈ ਭੰਜਨ ਅਤ ਪਾਪ ਨਿਖੰਜਨ, ਮੇਰਾ ਪ੍ਰਭ ਅੰਤ ਸਖਾਈ। ਦੇਖ ਲਓ ਆਖਰੀ ਤੱਕ ਮਾਲਕ ਪਰਮਾਤਮਾ ਸਾਥੀ ਹੈ। ਪੈ ਭੰਜਨ, ਸਾਰਾ ਦਾ ਸਾਰਾ ਮਾਇਆ ਨੂੰ ਭੰਜਨ ਕਰਨ ਵਾਲਾ। ਪੈ ਕੀ ਹੈ? ਮਾਇਆ, ਵਿਚਾਰ, ਆ ਪਦਾਰਥ, ਆਕਾਰ, ਚੋਗਾ। ਅਤ ਪਾਪ ਨਿਖੰਜਨ, ਆ ਪਾਪਾਂ ਨੂੰ ਨਿਖੰਜਨ ਕਰਨ ਵਾਲਾ ਹੈ। ਪਾਪ ਕੀ ਹੈਗੇ? ਪਾਪ ਹੈਗੇ ਆਪਾਂ ਚੋਗੇ ਨੂੰ ਜਿਹੜਾ ਹੈਗਾ ਬਸ ਹੁੱਕ ਐਂਡ ਕਰੁਕ ਸਵਾਦਾਂ ਦੇ ਵਿੱਚ ਜਾ ਰਹੇ। ਪੈ ਭੰਜਨ ਅਤ ਪਾਪ ਨਿਖੰਜਨ, ਮੇਰਾ ਪ੍ਰਭ ਅੰਤ ਸਖਾਈ। ਸਭ ਕੁਛ ਆਪੇ ਆਪ ਵਰਤੈ, ਨਾਨਕ ਨਾਮ ਹੈ ਵਡਿਆਈ। ਸਾਰਾ ਦਾ ਸਾਰਾ ਜਿਹੜਾ ਹੈਗਾ ਨੈਗੇਟਿਵਿਟੀ, ਪੋਜ਼ਿਟਿਵਿਟੀ ਸਾਰੀ ਜਿਹੜੀ ਹੈਗੀ, ਲਿਵ ਔਰ ਤਾਤ ਦਾ ਰਸਤਾ,
ਇਹ ਭਾਈ ਮਨਮੁਖ ਤੇ ਗੁਰਮੁਖ, ਇੱਕ ਸਾਰਾ ਗੇਮ ਦਾ ਕੰਟਰੋਲਰ ਉਹ ਮਾਲਕ ਪਰਮਾਤਮਾ ਆਪ ਹੈ ਭਾਈ। ਸਭ ਕੁਛ ਆਪੇ ਆਪ ਵਰਤਾ ਹੈ। ਨਾਨਕ ਨਾਮ ਹੈ ਵਡਿਆਈ, ਔਰ ਨਾਮ ਨੂੰ ਵਡਿਆਈ ਹੈ ਭਾਈ, ਨਾਮ ਨੂੰ ਵਡਿਆਈ ਹੈ। ਕਿਉਂਕਿ ਹਰ ਕੀ ਪੂਜਾ ਦੁਲੰਭ ਹੈ ਸੰਤੋ, ਕਹਿਣਾ ਕਛੂ ਨਾ ਜਾਏ। ਆਹੀ ਨਾਮ ਦੀ ਵਡਿਆਈ ਹੈ ਭਾਈ। ਨਾਮ ਸਭ ਤੋਂ ਉੱਪਰ ਹੈ ਇਹ ਪੂਜਾ, ਇਹਦੀ ਵਡਿਆਈ ਹੈ, ਇਹਦੀ ਵਡਿਆਈ ਹੈ। ਇਹ ਨਾਮ ਦੇ ਦੁਆਰਾ ਹੀ ਆਪਣੀ ਵਡਿਆਈ ਹੋ ਸਕਦੀ ਹੈ। ਅਗਲਾ ਸ਼ਬਦ ਰਾਮਕਲੀ ਮਹੱਲਾ ਤੀਜਾ। ਹਮ ਕੁਚਲ ਕੁਚੀਲ ਅਤ ਅਭਿਮਾਨੀ, ਮਿਲ ਸ਼ਬਦੇ ਮੈਲ ਉਤਾਰੀ। ਆ ਦੇਖ ਲਓ, ਧਿਆਨ ਸਿਮਰਨ ਜਿਹਨੇ ਸ਼ੁਰੂ ਕਰਤਾ, ਹਰ ਕੀ ਪੂਜਾ ਦੁਲੰਭ ਹੈ ਸੰਤੋ, ਕਹਿਣਾ ਕਛੂ ਨਾ ਜਾਏ, ਜਿਹਨੇ ਉਹ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਕਹਿੰਦੇ ਬਿਲਕੁਲ ਕੁਚਲ ਕੁਚੀਲ ਸੀਗੇ, ਬਿਲਕੁਲ ਜਿਹੜੇ ਹੈਗੇ ਔਗੁਣਾਂ ਨਾਲ ਭਰੇ ਪਏ ਸੀ। ਹਮ ਔਗੁਣ ਭਰੇ, ਏਕ ਗੁਣ ਨਹੀਂ। ਅਤ ਅਭਿਮਾਨੀ, ਹੱਦ ਤੋਂ ਜ਼ਿਆਦਾ ਹੰਕਾਰ। ਮਿਲ ਸ਼ਬਦੇ ਮੈਲ ਉਤਾਰੀ। ਕਹਿੰਦੇ ਆ ਪੂਜਾ ਕਰਨ ਦੇ ਨਾਲ, ਸ਼ਬਦ ਦੇ ਨਾਲ ਮਿਲ ਕੇ, ਗੁਰੂ ਦੀ ਮੱਤ ਲੈ ਕੇ, ਸੁਣ ਦੇ ਵਿੱਚ ਬੈਠ ਕੇ, ਵਿਚਾਰ ਛੱਡ ਕੇ ਮੈਲ ਲਾ ਗਈ, ਮੈਲ ਉਤਰ ਗਈ ਸਾਰੀ ਵਿਚਾਰਾਂ ਦੀ। ਸੰਤੋ ਗੁਰਮੁਖੇ ਨਾਮ ਹੈ ਨਿਸਤਾਰੀ। हे ਸੰਤੋ, ਸਾਧਨਾ ਕਰਨ ਵਾਲਿਓ, ਬਸ ਗੁਰੂ ਦੇ ਅਨੁਸਾਰ ਧਿਆਨ ਸਿਮਰਨ ਕਰੋ। ਇਸੇ ਦੇ ਨਾਲ ਸੰਸਾਰ ਸਮੁੰਦਰ ਤੋਂ ਨਿਸਤਾਰਾ ਹੋਣਾ ਹੈ। ਇਹ ਨਾਮ ਨਹੀਂ ਨਿਸਤਾਰਾ ਕਰਨਾ ਹੈ, ਨਾਮ ਦੇ ਦੁਆਰਾ ਹੀ ਨਿਸਤਾਰਾ ਹੋਣਾ ਹੈ। ਸੱਚਾ ਨਾਮ ਵਸਿਆ ਕਾਠੇ ਅੰਤਰ, ਕਰਤੇ ਆਪ ਸਵਾਰੀ। ਉਹ ਘਟ ਦੇ ਵਿੱਚ ਪ੍ਰਗਟ ਹੋ ਜਾਏਗਾ, ਅੰਮ੍ਰਿਤ ਰਸ ਵਸ ਜਾਏਗਾ ਘਟ ਦੇ ਵਿੱਚ। ਨਾਮ ਨਵਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਵਿਸ਼ਰਾਮ। ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਇਹਨੂੰ ਦੱਬ ਕੇ ਰੱਖਿਆ ਹੋਇਆ, ਛੁਪਾ ਕੇ। ਇਹ ਵਿਚਾਰਾਂ ਨੇ ਇਹਨੂੰ ਛੁਪਾ ਕੇ ਰੱਖਿਆ ਹੋਇਆ ਹੈ। ਸੱਚਾ ਨਾਮ ਵਸਿਆ ਕਾਠੇ ਅੰਤਰ, ਕਰਤੇ ਆਪ ਸਵਾਰੀ। ਇਸ ਤਰ੍ਹਾਂ ਉਹ ਮਾਲਕ ਪਰਮਾਤਮਾ ਜਿਹੜਾ ਹੈ ਅਭਿਆਸੀ ਨੂੰ ਸਵਾਰ ਦਿੰਦਾ ਹੈ। ਰਹਾਓ ਪਾਰਸ ਪਰਸੇ ਫਿਰ ਪਾਰਸ ਹੋਏ, ਹਰ ਜਿਉ ਆਪਣੀ ਕਿਰਪਾ ਤਾਰੀ। ਹੁਣ ਇਹ ਪਾਰਸ ਕੌਣ ਹੈ ਭਾਈ? ਇੱਕ ਸ਼ਬਦ ਆਉਂਦਾ, ਗੁਰ ਪਾਰਸ ਹਮ ਲੋਹ, ਮਿਲ ਕੰਚਨ ਹੋ ਆਰਾਮ। ਪਾਰਸ ਕੌਣ ਹੈ? ਗੁਰੂ। ਗੁਰ ਪਾਰਸ ਹਮ ਲੋਹ, ਆਪਾਂ ਕੌਣ ਹੈ? ਲੋਹੇ। ਗੁਰ ਪਾਰਸ ਹਮ ਲੋਹ, ਮਿਲ ਕੰਚਨ ਹੋ ਆਰਾਮ। ਬਸ ਪਾਰਸ ਨੂੰ ਪਰਸਾਂਗੇ, ਗੁਰੂ ਨੂੰ ਮਿਲਾਂਗੇ, ਗਿਆਨ ਲਵਾਂਗੇ, ਗਿਆਨ ਦੇ ਅਨੁਸਾਰ ਆ ਪੂਜਾ ਕਰਾਂਗੇ ਤੇ ਕੰਚਨ ਹੋ ਜਾਵਾਂਗੇ। ਫਿਰ ਇੱਥੇ ਕਹਿੰਦੇ ਮਹਾਰਾਜ, ਇੱਥੇ ਤਾਂ ਕਹਿੰਦੇ ਪਾਰਸ ਹੀ ਹੋ ਜਾਵਾਂਗੇ ਭਾਈ। ਪਾਰਸ ਪਰਸੇ ਫਿਰ ਪਾਰਸ ਹੋਏ, ਦੂਜਿਆਂ ਨੂੰ ਵੀ ਭਾਈ ਲੋਹੇ ਨੂੰ ਕੰਚਨ ਕਰ ਦਾਂਗੇ। ਹਰ ਜੀ ਆਪਣੀ ਕਿਰਪਾ ਧਾਰੀ, ਆਇਆ ਉਹ ਪੂਜਾ ਭਾਈ ਦੁਲੰਭ, ਮਾਲਕ ਦੀ ਕਿਰਪਾ ਹੋ ਜਾਂਦੀ ਹੈ। ਇੱਕ ਭੇਖ ਕਰੇ ਫਿਰੇ ਅਭਿਮਾਨੀ, ਤਿੰਨ ਜੂਏ ਬਾਜੀ ਹਾਰੀ। ਇੱਕ ਜਿਹੜੇ ਹੈਗੇ ਕਹਿੰਦੇ ਆ ਬਸ ਬਾਹਰਲਾ ਕਰਮ ਕਾਂਡ ਔਰ ਆਕੜ ਦੇ ਵਿੱਚ, ਹੰਕਾਰ ਦੇ ਵਿੱਚ ਫਿਰਦੇ ਆ ਬਈ ਅਸੀਂ ਤਾਂ ਬਈ ਬਹੁਤ ਗੁਰਮੁਖ ਹੈਗੇ ਆ, ਅਸੀਂ ਤਾਂ ਬੜੇ ਜਿਹੜੇ ਹੈਗੇ ਆ, ਬਹੁਤ ਜਿਹੜੇ ਹੈਗੇ ਪੰਡਤ ਹੈਗੇ, ਗਿਆਨੀ ਹੈਗੇ ਆ, ਪਾਦਰੀ ਹੈਗੇ ਆ, ਕਾਜੀ ਹੈਗੇ ਆ। ਇੱਕ ਭੇਖ ਕਰੇ ਫਿਰੇ ਅਭਿਮਾਨੀ, ਤਿੰਨ ਜੂਏ ਬਾਜੀ ਹਾਰੀ। ਕਹਿੰਦੇ ਉਹਨਾਂ ਨੇ ਬੜੇ ਸਸਤੇ 'ਚ ਨਿਪਟਾਤਾ, ਮਾਇਆ ਨੇ ਉਹਨਾਂ ਨੂੰ ਬੜੇ ਸਸਤੇ 'ਚ ਨਿਪਟਾਤਾ, ਹਾਰ ਗਏ ਜੂਏ ਦੇ ਵਿੱਚ। ਆਹ ਗੇਮ ਜਿਹੜੀ ਮਾਲਕ ਨੇ ਭੇਜਿਆ ਸੀਗਾ ਖੇਡ ਦੇ ਵਿੱਚ, ਸੰਸਾਰ ਦੇ ਵਿੱਚ, ਇਹ ਲਿਵਰ ਧਾਤ ਦੀ ਗੇਮ ਜਿਹੜੀ ਪਾਈ ਹੋਈ ਹੈ ਮਾਲਕ ਨੇ। ਇੱਕ ਪਾਸੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਮਾਇਆ ਹੈਗੀ, ਦੂਸਰੇ ਪਾਸੇ ਅੰਮ੍ਰਿਤ ਹੈਗਾ, ਮੁਕਤੀ ਹੈਗੀ। ਇੱਕ ਪਾਸੇ ਕੈਦ ਹੈਗੀ ਮਾਇਆ ਦੀ, ਸਰੀਰ ਦੀ, ਜੂਨਾ ਦੀ। ਇੱਕ ਭੇਖ ਕਰੇ ਫਿਰੇ ਅਭਿਮਾਨੀ, ਤਿੰਨ ਜੂਏ ਬਾਜੀ ਹਾਰੀ। ਇੱਕ ਅਨਦਿਨ ਭਗਤ ਕਰੇ ਦਿਨ ਰਾਤੀ, ਰਾਮ ਨਾਮ ਔਰ ਤਾਰੀ। ਆ ਦੂਸਰੀ ਟੀਮ ਆ ਗਈ। ਇੱਕ ਦਾ ਮਤਲਬ ਇੱਕ ਕੋਈ ਪਰਟੀਕੁਲਰ ਨਹੀਂ, ਇਹਦੇ ਇੱਕ ਕੈਟੇਗਰੀ ਐਸੀ ਵੀ ਹੈਗੀ, ਇੱਕ ਜਿਹੜੀ ਹੈਗੀ ਖਾਲੀ ਭੇਖ ਕਰਨ ਵਾਲੀ ਕੈਟੇਗਰੀ ਹੈਗੀ, ਇੱਕ ਜਿਹੜੇ ਹੈਗੇ ਧਿਆਨ ਸਿਮਰਨ ਕਰਨ ਵਾਲੇ ਹੈਗੇ, ਭਗਤੀ ਕਰਨ ਵਾਲੇ ਹੈਗੇ।
ਰਾਮ ਦੇ ਨਾਮ ਨੂੰ ਉਹਨਾਂ ਨੇ ਉਰ ਦੇ ਵਿੱਚ, ਹਿਰਦੇ ਦੇ ਵਿੱਚ ਲੈ ਕੇ ਗਏ। ਇੱਕ ਅਨਦਿਨ ਭਗਤ ਕਰੇ ਦਿਨ ਰਾਤੀ, ਰਾਮ ਨਾਮ ਉਰ ਧਾਰੀ। ਰਾਮ ਨਾਮ ਨੂੰ ਉਰ ਧਾਰੀ, ਹਿਰਦੇ 'ਚ ਲਿਜਾਣਾ ਕੀ ਹੈਗਾ? ਰਾਮ ਨਾਮ ਕਿਹੜਾ ਹੈਗਾ? ਕਿੱਥੇ ਹੈ ਰਾਮ ਨਾਮ? ਬਸ ਧਿਆਨ ਸਿਮਰਨ, ਜਿਨ੍ਹਾਂ ਨੇ ਧਿਆਨ ਸਿਮਰਨ ਨੂੰ ਆਪਣੀ ਜਿਹੜੀ ਹੈਗੀ ਟੌਪ ਪ੍ਰਾਇਰਟੀ, ਆਪਣੇ ਜੀਵਨ ਦਾ ਆਦਰਸ਼ ਬਣਾ ਲਿਆ, ਉਹਨਾਂ ਨੇ ਉਰ ਦੇ ਵਿੱਚ ਕੀ ਆ ਗਿਆ? ਉਹਨਾਂ ਦੇ ਧਿਆਨ ਸਿਮਰਨ ਆ ਗਿਆ ਉਹਨਾਂ ਦੇ ਉਰ ਦੇ ਵਿੱਚ। ਆਹ ਧਿਆਨ ਆ ਗਿਆ ਉਹਨਾਂ ਨੂੰ, ਉਹਨਾਂ ਨੇ ਭਗਤੀ ਕਰਨੀ ਆ, ਭਗਤੀ ਉਰ ਦੇ ਵਿੱਚ ਆ ਗਈ, ਇਹ ਰਾਮ ਨਾਮ ਉਰ ਦੇ ਵਿੱਚ ਆ ਗਿਆ। ਬਸ ਕਿਉਂਕਿ ਆਪਣੇ ਜਿੱਧਰ ਜੋ ਆਪਣੇ ਉਰ ਦੇ ਵਿੱਚ ਹੈਗਾ ਉਹੀ ਆਪਾਂ, ਉਹੀ ਕੰਮ ਕਰਦੇ ਹਾਂ ਆਪਾਂ, ਉੱਥੇ ਹੀ ਸਵਾਸ ਲਾਉਂਦੇ ਹਾਂ। ਬਸ ਜਦ ਉਰ ਦੇ ਵਿੱਚ ਆ ਭਗਤੀ ਆ ਗਈ, ਰਾਮ ਨਾਮ ਆ ਗਿਆ ਵੀ ਮੈਂ ਤਾਂ ਭਗਤੀ ਕਰਨੀ ਹੈ, ਬਸ ਫਿਰ ਉਹ ਨਾਮ ਪ੍ਰਗਟ ਹੋ ਜਾਏਗਾ। ਫਿਰ ਆਪਾਂ ਉਸ ਪਾਸੇ ਸਵਾਸ ਲਾਵਾਂਗੇ। ਇੱਕ ਅਨਦਿਨ, ਫਿਰ ਅਨਦਿਨ ਭਗਤ ਕਰਾਂਗੇ। ਕਿਹੜੇ ਕਰਦੇ ਆ? ਇੱਕ ਅਨਦਿਨ ਭਗਤ ਕਰੇ ਦਿਨ ਰਾਤੀ, ਰਾਮ ਨਾਮ ਉਰ ਧਾਰੀ। ਆ ਲਓ, ਜਿਨ੍ਹਾਂ ਦੇ ਰਾਮ ਨਾਮ ਉਰ ਦੇ ਵਿੱਚ ਆ। ਅਨਦਿਨ ਰਾਤੇ ਸਹਿਜੇ ਮਾਤੇ, ਸਹਿਜੇ ਹਉਮੈ ਮਾਰੀ। ਕਹਿੰਦੇ ਸਹਿਜ ਅਵਸਥਾ ਦੇ ਨਾਲ ਜਿਹੜਾ ਹੈਗਾ ਇਹ ਅਨਦਿਨ ਜਿਹੜਾ ਹੈਗਾ, ਡੇਲੀ ਜਿਹੜਾ ਹੈਗਾ ਇਹ ਨਾਮ ਦੇ ਵਿੱਚ ਰਤਨਾ ਪੈਣਾ, ਵਿਚਾਰ ਬੰਦ ਕਰਨੇ ਪੈਣੇ। ਸਹਿਜੇ ਸਹਿਜੇ ਜਿਹੜੀ ਹੈਗੀ ਮਨ ਪਤੰਦਰ ਕੰਟਰੋਲ 'ਚ ਆ ਜਾਂਦਾ ਹੈ ਔਰ ਹਉਮੈ ਖਤਮ ਹੋ ਜਾਂਦੀ ਹੈ। ਅਨਦਿਨ ਰਾਤੇ ਸਹਿਜੇ ਮਾਤੇ, ਸਹਿਜੇ ਹਉਮੈ ਮਾਰੀ। ਪੈ ਬਿਨ ਭਗਤ ਨਾ ਹੋਈ ਕਭੀ, ਪੈ ਪਾਏ ਭਗਤ ਸਵਾਰੀ। ਪਿਆਰਿਓ, ਕਹਿੰਦੇ ਪਰਮਾਤਮਾ ਦੇ ਪੈ ਤੇ ਬਗੈਰ ਜਿਹੜਾ ਹੈਗਾ ਭਗਤੀ ਹੋ ਹੀ ਨਹੀਂ ਸਕਦੀ ਕਦੀ ਵੀ। ਪੈ ਬਿਨ ਭਗਤ ਨਾ ਹੋਈ ਕਭੀ। ਪੈ ਪਾਏ, ਪੈ ਵੀ ਹੋਏ ਔਰ ਪਿਆਰ ਵੀ ਹੋਏ, ਭਾਵਨਾ ਵੀ ਹੋਏ। ਪੈ ਪਾਏ ਭਗਤ ਸਵਾਰੀ। ਆਹ ਭਗਤੀ ਹੈ, ਇਹਦੇ ਨਾਲ ਜੀਵਨ ਸਵਾਰਿਆ ਜਾਣਾ ਹੈ। ਮਾਇਆ ਮੋਹ ਸ਼ਬਦੇ ਜਲਾਇਆ, ਗਿਆਨ ਤਤ ਵਿਚਾਰੀ। ਜਦ ਗੁਰੂ ਦਾ ਗਿਆਨ ਲਿਆ, ਤਤ ਗਿਆਨ ਲਿਆ, ਵਿਚਾਰਿਆ ਗਿਆਨ ਨੂੰ। ਆ ਗਿਆਨ ਕੀ ਕਹਿ ਰਿਹਾ? ਤੇ ਕਹਿ ਰਿਹਾ ਵੀ ਸੁਣ ਦੇ ਵਿੱਚ ਬੈਠ, ਭਗਤੀ ਕਰ, ਔਰ ਜਿਹੜਾ ਅਨਦਿਨ ਕਰ, ਦਿਨ ਰਾਤ ਕਰ, ਸਭ ਤੋਂ ਜ਼ਿਆਦਾ ਇਹ ਕੰਮ ਕਰ। ਮਾਇਆ ਮੋਹ ਸ਼ਬਦੇ ਜਲਾਇਆ। ਦੱਦੇ ਦੀ ਸਿਆਰੀ ਹੈ ਪਾਏ। ਇਹ ਮਾਇਆ ਦਾ ਮੋਹ ਹੀ ਤਾਂ ਹੈ, ਇਹੀ ਤਾਂ ਭਗਤੀ ਨਹੀਂ ਕਰਨ ਦਿੰਦਾ। ਇਹੀ ਤਾਂ ਜਿਹੜਾ ਹੈਗਾ ਰੋਜ਼ ਜਿਹੜੇ ਹੈ ਰੂਟੀਨ ਦੇ ਵਿੱਚ, ਸੰਸਕਾਰਾਂ ਦੇ ਵਿੱਚ ਆਪਾਂ ਵਾਪਸ ਉਸੇ ਜਗ੍ਹਾ 'ਤੇ ਚਲੇ ਜਾਂਦੇ, ਉਹੀ ਕੰਮ ਕਰਦੇ ਹਾਂ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਫਿਰ ਗਲਤਾਨ ਹੋ ਜਾਂਦੇ ਹਾਂ, ਕਿਉਂਕਿ ਮਾਇਆ ਦਾ ਮੋਹ ਹੈਗਾ। ਕਹਿੰਦੇ ਸ਼ਬਦੇ ਦੋ ਜਲਾਏ, ਇਸੇ ਭਗਤੀ ਦੇ ਨਾਲ ਹੀ ਜਲਾਇਆ ਜਾਣਾ ਪਿਆਰੇ। ਵਿਚਾਰਾਂ ਦੇ ਨਾਲ ਹੀ ਤੈਨੂੰ ਟਰੈਪ ਕਰ ਦਿਓ, ਔਰ ਵਿਚਾਰਾਂ ਨੂੰ ਬੰਦ ਕਰੇਗਾ ਤੇ ਟਰੈਪ ਕਿਵੇਂ ਕਰ ਲੂਗੀ ਉਹ? ਮਾਇਆ ਮੋਹ ਸ਼ਬਦੇ ਜਲਾਇਆ। ਜਿਹਨੂੰ ਕਹਿੰਦੇ ਸ਼ਬਦ ਹੀ ਪੜ੍ਹ ਦਾਂਗੇ, ਸ਼ਬਦ ਜਲਾਇਆ ਤੇ ਸ਼ਬਦ ਸਾੜ ਦਿੱਤਾ। ਲਓ ਫਿਰ ਜੇ ਦੱਦੇ ਦੀ ਸਿਆਰੀ ਨਹੀਂ ਆਪਾਂ ਨੇ ਲਈ, ਕੰਸੀਡਰ ਨਹੀਂ ਕੀਤੀ। ਮਾਇਆ ਮੋਹ ਸ਼ਬਦ ਜਲਾਇਆ, ਗਿਆਨ ਤਤ ਵਿਚਾਰੀ। ਕਹਿੰਦੇ ਗਿਆਨ ਤਤ, ਗਿਆਨ ਦੇ ਨਾਲ ਵਿਚਾਰ ਕਰ ਗਿਆਨ ਨੂੰ, ਤੇ ਤਾਂ ਧਿਆਨ ਸਿਮਰਨ ਕਰੇਗਾ, ਸ਼ਬਦ ਅਭਿਆਸ ਕਰੇਗਾ ਤੇ ਮਾਇਆ ਦਾ ਮੋਹ ਸੜ ਜਾਏਗਾ। ਆਪੇ ਆਪ ਕਰਾਏ ਕਰਤਾ, ਆਪੇ ਬਖਸ਼ ਭੰਡਾਰੀ। ਇਹ ਭਗਤੀ ਉਹ ਮਾਲਕ ਪਰਮਾਤਮਾ ਜਿਹੜਾ, ਕਿਉਂਕਿ ਕੰਟਰੋਲਰ ਮਾਲਕ ਹੈਗਾ। ਮਾਇਆ ਨੂੰ ਪਾਉਣ ਵਾਲਾ ਵੀ ਮਾਲਕ ਪਰਮਾਤਮਾ ਹੈਗਾ, ਔਰ ਜਿਹੜਾ ਹੈਗਾ ਇਹ ਧਿਆਨ ਸਿਮਰਨ ਵਾਲਾ ਜਿਹੜਾ ਹੈਗਾ ਇਹ ਵੀ ਰਸਤੇ ਦਾ ਮਾਲਕ ਉਹੀ ਹੈਗਾ। ਆਪਣੀ ਡਿਮਾਂਡ ਹੈ, ਆਪਣੀ ਚੋਇਸ ਹੈਗੀ ਆ। ਜੋ ਚੋਇਸ ਕਰਦੇ ਆ ਧਿਆਨ ਸਿਮਰਨ ਦੀ, ਮਾਲਕ ਪਰਮਾਤਮਾ ਉਹਨਾਂ ਨੂੰ ਉਹ ਫੈਸਿਲਿਟੀ ਦੇ ਦਿੰਦਾ ਹੈ। ਆਪੇ ਆਪ ਕਰਾਏ ਕਰਤਾ, ਆਪੇ ਬਖਸ਼ ਭੰਡਾਰੀ। ਉਹ ਭੰਡਾਰੇ ਬਖਸ਼ ਦਿੰਦਾ ਉਹਨਾਂ ਨੂੰ। ਤਿਸ ਕਿਆ ਗੁਣਾ ਕਾ ਅੰਤ ਨਾ ਪਾਇਆ, ਹਉ ਗਾਵਾਂ ਸ਼ਬਦੇ ਵਿਚਾਰੀ। ਕਹਿੰਦੇ ਉਸ ਮਾਲਕ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਹੈ ਭਾਈ, ਅੰਤ ਨਹੀਂ ਹੈ। ਮੈਂ ਤਾਂ ਜਿਹੜਾ ਹੈਗਾ ਗੁਰੂ ਦੀ ਮੱਤ ਲੈ ਕੇ ਔਰ ਗੁਰੂ ਦੀ ਮੱਤ ਨੂੰ ਵਿਚਾਰ ਕੇ ਔਰ ਆ ਭਗਤੀ ਕਰਾਂ। ਕੀ ਭਗਤੀ? ਹਰਿ ਜਿਉ ਜਪੀ, ਹਰਿ ਜਿਉ ਸਲਾਹੀ, ਵਿੱਚੋਂ ਆਪ ਨਿਵਾਰੀ। ਬਸ ਮਾਲਕ ਨੂੰ ਚੇਤੇ ਰੱਖਾਂ, ਸੁਣਨ ਦੇ ਵਿੱਚ
ਮਾਇਆ ਦੇ ਮਾਲਕ ਨੂੰ ਚੇਤੇ ਰੱਖਣਾ ਕੀ ਆ? ਮਾਲਕ ਕਿਹੜਾ ਦਿਸ ਰਿਹਾ ਆਪਾਂ ਨੂੰ? ਬਸ ਮਾਇਆ ਨੂੰ ਚੇਤੇ ਰੱਖ ਰਹੇ ਹਾਂ, ਮਾਇਆ ਨੂੰ ਕੱਟ ਕਰ ਦਿਓ ਬਸ। ਉਹ ਕਹਿੰਦਾ ਬਸ ਤੂੰ ਮਾਇਆ ਨੂੰ ਕੱਟ ਕਰ, ਮੈਂ ਤਾਂ ਪ੍ਰਗਟ ਹਾਂ ਤੇਰੇ ਅੰਦਰ, ਪ੍ਰਗਟ ਹੋ ਜਾਊਂਗਾ ਮੈਂ। ਬਸ ਮਾਇਆ ਨੂੰ ਕੱਟ ਕਰ ਦੇ, ਬਸ ਵਿਚਾਰਾਂ ਨੂੰ ਕੱਟ ਕਰ ਦੇ, ਮੈਂ ਪ੍ਰਗਟ ਹੋ ਜਾਣਾ। ਹਰ ਜਿਉ ਜਪੀ ਹਰ ਜਿਉ ਸਲਾਹੀ, ਵਿੱਚੋਂ ਆਪ ਨਿਵਾਰੀ। ਇਸ ਤਰ੍ਹਾਂ ਜਿਹੜਾ ਹੈਗਾ ਆਪਣੀ ਹਉਮੈ ਜਾਂਦੀ ਹੈ। ਆਇਆ ਸਲਾਉਣਾ ਮਾਲਕ ਪਰਮਾਤਮਾ ਦਾ, ਆਇਆ ਜਪਣਾ ਮਾਲਕ ਪਰਮਾਤਮਾ ਦਾ। ਨਾਮ ਪਦਾਰਥ ਗੁਰ ਤੇ ਪਾਇਆ, ਅਖੁੱਟ ਸੱਚੇ ਭੰਡਾਰੀ। ਕਹਿੰਦੇ ਕਦੀ ਵੀ ਨਹੀਂ ਖੁੱਟਦਾ, ਸੱਚਾ ਭੰਡਾਰ ਆ ਮਾਲਕ ਪਰਮਾਤਮਾ ਦਾ। ਨਾਮ ਪਦਾਰਥ ਲਿਖਿਆ ਹੋਇਆ, ਦੇਖੋ ਪਦਾਰਥ, ਨਾਮ ਪਦਾਰਥ ਗੁਰ ਤੇ ਪਾਇਆ। ਆ ਬ੍ਰਹਮ ਗਿਆਨੀਆਂ ਤੋਂ, ਗੁਰੂ ਤੋਂ ਮਿਲਣਾ ਹੈ ਭਾਈ, ਇਸ ਤਰੀਕੇ ਦੇ ਨਾਲ ਮਿਲਣਾ ਹੈ। ਆਪਣੇ ਭਗਤਾਂ ਨੂੰ ਆਪੇ ਤੁਠਾ, ਆਪਣੀ ਕਿਰਪਾ ਕਰ ਕਲ ਧਾਰੀ। ਜਿਹੜੇ ਭਗਤੀ ਕਰਦੇ ਆ ਭਾਈ, ਮਾਲਕ ਪਰਮਾਤਮਾ ਟੁੱਟ ਜਾਂਦਾ ਉਹਨਾਂ ਦੇ ਉੱਤੇ, ਆਪਣੀ ਕਿਰਪਾ ਕਰਕੇ ਉਹਨਾਂ ਦੇ ਅੰਦਰ ਆ ਕਲਾ ਧਾਰ ਦਿੰਦਾ ਹੈ, ਆ ਕਲਾ ਵਰਤਾ ਦਿੰਦਾ ਹੈ ਉਹਨਾਂ ਦੇ ਅੰਦਰ, ਨਾਮ ਪ੍ਰਗਟ ਹੋ ਜਾਂਦਾ ਹੈ ਉਹਨਾਂ ਦੇ। ਆਪਣੇ ਭਗਤਾਂ ਨੂੰ ਆਪੇ ਤੁਠਾ, ਉਹ ਮਾਲਕ ਆਪਣੀ ਕਿਰਪਾ ਕਰ ਕਲ ਧਾਰੀ, ਆਪਣੀ ਕਿਰਪਾ ਕਰਕੇ ਉਹਨਾਂ ਦੇ ਅੰਦਰ ਕਲਾ ਵਰਤਾਤੀ। ਆ ਧਿਆਨ ਸਿਮਰਨ ਵਾਲੀ ਕਲਾ ਮਾਲਕ ਆਪ ਦਿੰਦਾ ਹੈ। ਤਿੰਨ ਸਾਚੇ ਨਾਮ ਕੀ ਸਦਾ ਭੁੱਖ ਲਾਗੀ, ਗਾਵਨ ਸ਼ਬਦ ਵਿਚਾਰੀ। ਉਹਨਾਂ ਨੂੰ ਧਿਆਨ ਸਿਮਰਨ ਦੀ ਭੁੱਖ ਲੱਗ ਜਾਂਦੀ ਹੈ, ਭਗਤੀ ਦੀ ਭੁੱਖ ਲੱਗ ਜਾਂਦੀ ਹੈ ਹਮੇਸ਼ਾ। ਔਰ ਉਹ ਕੀ ਭਗਤੀ ਕਰਦੇ ਆ? ਗਾਵਨ ਸ਼ਬਦ ਵਿਚਾਰੀ। ਕਿਵੇਂ ਕਰਦੇ ਆ? ਕਹਿੰਦੇ ਸ਼ਬਦ ਨੂੰ ਵਿਚਾਰਦੇ, ਗੁਰੂ ਦੀ ਮੱਤ ਲੈ ਕੇ ਉਹਦੇ ਅਨੁਸਾਰ ਭਗਤੀ ਕਰਦੇ ਆ। ਹਰ ਜਿਉ ਪਿੰਡ ਸਭ ਕਿਛ ਹੈ ਤਿਸਕਾ, ਜਿਉ ਪਿੰਡ ਸਭ ਕਿਛ ਹੈ ਤਿਸਕਾ, ਆਖਣ ਬਿਖਮ ਵਿਚਾਰੀ। ਕਹਿੰਦੇ ਭਾਈ ਇਹ ਸਾਰਾ ਕੁਛ, ਜਿਉ ਪਿੰਡ ਜੋ ਕੁਛ ਵੀ ਦਿਸ ਰਿਹਾ ਆ, ਸਾਰਾ ਕੁਛ ਮਾਲਕ ਪਰਮਾਤਮਾ ਦਾ ਹੈਗਾ ਭਾਈ। ਔਰ ਮਾਲਕ ਪਰਮਾਤਮਾ ਜਿਹੜਾ ਹੈਗਾ ਉਹ ਕਿੰਨਾ ਕੁ ਵੱਡਾ ਹੈਗਾ? ਕਹਿੰਦੇ ਉਹਦੇ ਬਾਰੇ ਬੜਾ ਔਖਾ ਹੈ ਭਾਈ ਉਹਦਾ ਵਿਚਾਰ, ਉਹਦੇ ਬਾਰੇ ਦੱਸਣਾ। ਆ ਭਗਤੀ ਕਰਨੀ ਜਿਹੜੀ ਹੈਗੀ ਆ, ਇਹ ਵੀ ਬੜੀ ਔਖੀ ਹੈ। ਜਿਉ ਪਿੰਡ ਸਭ ਕਿਛ ਹੈ ਤਿਸਕਾ, ਆਖਣ ਬਿਖਮ ਵਿਚਾਰੀ। ਸ਼ਬਦੇ ਲਗੇ ਸਹੀ ਜਨ ਨਿਸਤਰੇ, ਪੌਜਲ ਪਾਰ ਉਤਾਰੀ। ਜਿਹੜੇ ਵੀ ਭਗਤੀ ਦੇ ਵਿੱਚ ਲੱਗ ਗਏ ਉਹ ਸੰਸਾਰ ਸਮੁੰਦਰ ਤੋਂ, ਪੌਜਲ ਤੋਂ ਪਾਰ ਉਤਰ ਜਾਂਦੇ। ਅਤੇ ਬਾਕੀ ਜਿਹੜੇ ਹੈਗੇ, ਜਿਹੜੇ ਨਹੀਂ ਲੱਗੇ ਭਗਤੀ ਦੇ ਵਿੱਚ, ਜਾਂ ਜਿਹੜੇ ਕਰਮ ਕਾਂਡਾਂ ਦੇ ਵਿੱਚ ਹੈਗੇ, ਉਹ ਫਿਰ ਪੌਜਲ ਦੇ ਵਿੱਚ ਡੁੱਬ ਜਾਂਦੇ ਆ। ਪੌਜਲ ਕੀ ਹੈਗਾ? 84 ਲੱਖ ਜੂਨਾਂ। ਇਹ ਸਰੀਰ, ਇਹ ਆਕਾਰ, ਇਹ ਪ੍ਰਕਿਰਤੀ। ਬਿਨ ਹਰ ਸਾਚੇ ਕੋ ਪਾਰ ਨਾ ਪਾਵੈ, ਬੂਝੇ ਕੋ ਵਿਚਾਰੀ। ਔਰ ਪਾਰ ਜਾਣਾ ਹੀ ਟਾਰਗੇਟ ਹੈਗਾ। ਪਰਮਾਤਮਾ ਤੋਂ ਬਗੈਰ ਕੋਈ ਪਾਰ ਨਹੀਂ ਜਾ ਸਕਦਾ। ਬਿਨ ਹਰ ਸਾਚੇ ਕੋ ਪਾਰ ਨਾ ਪਾਵੇ, ਕੋਈ ਪਾਰ ਨਹੀਂ ਪਾ ਸਕਦਾ ਭਾਈ। ਪਾਰ ਲੰਘਾਉਣਾ ਹੈ ਸੱਚੇ ਮਾਲਕ ਪਰਮਾਤਮਾ ਨੇ ਲੰਘਾਉਣਾ ਹੈ ਪਾਰ। ਬਿਨ ਹਰ ਸਾਚੇ ਕੋ ਪਾਰ ਨਾ ਪਾਵੈ, ਬੂਝੇ ਕੋ ਵਿਚਾਰੀ। ਕੋਈ ਵਿਚਾਰਵਾਨ ਜਿਹੜਾ ਹੈਗਾ ਗੁਰੂ ਦੀ ਮੱਤ ਨੂੰ ਬੁੱਝਦਾ ਹੈ, ਗੁਰੂ ਦੀ ਮੱਤ ਤੋਂ। ਬਈ ਭਗਤੀ ਤੋਂ ਬਗੈਰ, ਧਿਆਨ ਸਿਮਰਨ ਤੋਂ ਬਗੈਰ ਇਹ ਸੰਸਾਰ ਸਮੁੰਦਰ ਨਹੀਂ ਪਾਰ ਕੀਤਾ ਜਾ ਸਕਦਾ। ਜੋ ਤੁਰੇ ਲਿਖਿਆ ਸੋਈ ਪਾਇਆ, ਮਿਲ ਹਰ ਸ਼ਬਦੇ ਸਵਾਰੀ। ਕਹਿੰਦੇ ਭਾਈ ਮਾਲਕ ਪਰਮਾਤਮਾ ਨੇ ਨਿਯਮ ਬਣਾਇਆ ਹੋਇਆ, ਜੋ ਆਪਾਂ ਨੇ ਬੀਜਿਆ ਹੈਗਾ ਪਹਿਲਾਂ ਉਹੀ ਹੁਣ ਮਿਲਣਾ ਹੈ, ਉਹੀ ਪਾਇਆ ਹੈ। ਮਿਲ ਹਰ ਸ਼ਬਦੇ ਸਵਾਰੀ। ਸ਼ਬਦ ਦੇ ਨਾਲ ਜਿਨ੍ਹਾਂ ਨੇ ਆਪਣੇ ਆਪ ਨੂੰ ਸਵਾਰ ਲਿਆ, ਉਹ ਮਾਲਕ ਪਰਮਾਤਮਾ ਨੂੰ ਮਿਲ ਲੈਂਦੇ, ਪ੍ਰਗਟ ਹੋ ਜਾਂਦਾ ਹੈ ਮਾਲਕ ਪਰਮਾਤਮਾ। ਕਾਇਆ ਕੰਚਨ ਸ਼ਬਦੇ ਰਾਤੀ, ਸਾਚੇ ਨਾਏ ਪਿਆਰੀ। ਕਹਿੰਦੇ ਜਿਹੜੀ ਵੀ ਕਾਇਆ, ਜਿਹੜਾ ਵੀ ਸਰੀਰ, ਜੋ ਵੀ ਅਭਿਆਸੀ ਮਨੁੱਖ ਜੂਨ ਦੇ ਵਿੱਚ ਸ਼ਬਦ ਵਿੱਚ ਰਤਿਆ ਗਿਆ, ਸੱਚੇ ਨਾਮ, ਸਾਚੇ ਨਾਏ ਪਿਆਰੀ, ਜਿਸ ਨੂੰ
नाम प्यारा हो गया, ये भक्ति प्यारी हो गई। कहते वो काया तो कंचन हो गई पाई। गुर पारस हम लोह मिल कंचन होया राम। ज्योति जोत में ज्योति जोत मिलाए काया गढ़ सोया राम। काया गढ़ सोया हो गया, कंचन हो गया। काया कंचन शब्द राती साचे नाय प्यारी। काया अमृत रही भरपूरे पाइए शब्द विचारी। कहते ਉਹਨਾਂ ਦਾ ਉਹ ਕਾਇਆ ਤਾਂ ਅੰਮ੍ਰਿਤ ਦੇ ਨਾਲ ਭਰਪੂਰ ਹੋ ਗਈ, ਚਰਨੇ ਖੁੱਲ ਗਏ ਅੰਮ੍ਰਿਤ ਦੇ ਪਾਈ। ਕਾਇਆ ਅੰਮ੍ਰਿਤ ਰਹੀ ਭਰਪੂਰੇ ਪਾਈਏ ਸ਼ਬਦ ਵਿਚਾਰੀ। ਕਿਵੇਂ ਪਾਇਆ? ਕਹਿੰਦੇ ਸ਼ਬਦ ਦੇ ਵਿੱਚ, ਸ਼ਬਦ ਗੁਰੂ ਦੀ ਮੱਤ ਨੂੰ ਲਿਆ, ਗੁਰੂ ਦੀ ਮੱਤ ਨੂੰ ਵਿਚਾਰ ਕੇ ਔਰ ਉਹਦੇ ਅਨੁਸਾਰ ਪ੍ਰੈਕਟੀਕਲ, ਉਹਦੇ ਅਨੁਸਾਰ ਐਕਸ਼ਨ ਕਰਨ ਦੇ ਨਾਲ, ਸੁਣ ਦੇ ਵਿੱਚ ਜਾਣ ਦੇ ਨਾਲ ਆ ਜਿਹੜੇ ਹੈਗੇ ਆ ਅੰਮ੍ਰਿਤ ਵੀ ਆ ਗਿਆ ਔਰ ਅੰਮ੍ਰਿਤ ਦਾ ਦਾਤਾ ਉਹ ਮਾਲਕ ਪਰਮਾਤਮਾ ਵੀ ਆ ਗਿਆ। ਕਾਇਆ ਅੰਮ੍ਰਿਤ ਰਹੀ ਭਰਪੂਰੇ ਪਾਈਏ ਸ਼ਬਦ ਵਿਚਾਰੀ। ਜੋ ਪ੍ਰਭ ਖੋਜੈ ਸੇਈ ਭਾਵੈ ਹੋਰ ਫੂਟ ਮੂਏ ਅਹੰਕਾਰੀ। ਲਓ ਦੇਖ ਲਓ ਭਾਈ, ਕਹਿੰਦੇ ਜਿਹੜੇ ਮਾਲਕ ਨੂੰ ਖੋਜਦੇ ਆ ਉਹ ਹੀ ਮਾਲਕ ਨੂੰ ਮਿਲਦੇ ਆ। ਜੋ ਪ੍ਰਭ ਖੋਜੇ ਸੇਈ ਭਾਵੇਂ, ਉਹੀ ਪਾਉਂਦੇ ਅੰਮ੍ਰਿਤ ਨੂੰ ਵੀ। ਹੋਰ ਫੂਟ ਮੂਏ ਅਹੰਕਾਰੀ। ਬਾਕੀ ਜਿਹੜੇ ਹੈਗੇ ਹੰਕਾਰ ਕਰਨ ਵਾਲੇ ਜਿਹੜੇ ਹੈਗੇ ਉਹਨਾਂ ਦਾ ਫੁੱਟ ਮੂਏ ਕੀ ਆ ਬਈ ਉਹਨਾਂ ਦੀ ਮਨੁੱਖੀ ਜੀਵਨ ਖਤਮ ਹੋ ਜਾਂਦੀ। ਬਾਦੀ ਬਿਨਸੈ ਸੇਵਕ ਸੇਵੈ ਗੁਰ ਕਾ ਹੇਤ ਪਿਆਰੀ। ਜਿਹੜੇ ਬਹਿਸ ਮੁਬੈਸਾ ਕਰਦੇ ਆ, ਬਾਦ ਵਿਵਾਦ ਕਰਦੇ ਆ, ਕਹਿੰਦੇ ਉਹ ਬਿੰਸ ਜਾਂਦੇ ਆ ਭਾਈ, ਪੱਲੇ ਕੁਛ ਨਹੀਂ ਹੁੰਦਾ ਉਹਨਾਂ ਦਾ। ਥੋਥਾ ਚਨਾ ਬਾਜੇ ਘਨਾ। ਸੇਵਕ ਸੇਵੈ ਗੁਰ ਕਾ ਹੇਤ ਪਿਆਰੀ। ਔਰ ਜਿਹੜੇ ਸੇਵਕ ਸੇਵਾ ਭਾਵਨਾ ਦੇ ਨਾਲ ਗੁਰੂ ਦੇ ਨਾਲ ਪਿਆਰ ਕਰਕੇ ਉਹ ਮਾਲਕ ਦੀ ਭਗਤੀ ਕਰਦੇ ਆ, ਉਹ ਜਿੱਤ ਜਾਂਦੇ ਆ ਖੇਡ ਨੂੰ। ਸੋ ਜੋਗੀ ਤਤ ਗਿਆਨ ਵਿਚਾਰੇ ਹਉਮੈ ਤ੍ਰਿਸ਼ਨਾ ਮਾਰੀ। ਉਹ ਆ ਅਸਲੀ ਜੋਗੀ, ਉਹਦਾ ਜੋੜ ਹੋ ਜਾਏਗਾ ਮਾਲਕ ਪਰਮਾਤਮਾ ਦੇ ਨਾਲ, ਜਿਹਨੇ ਗੁਰੂ ਦੀ ਮੱਤ ਲੈ ਕੇ ਤਤ ਗਿਆਨ ਨੂੰ ਵਿਚਾਰ ਲਿਆ ਵੀ ਤਤ ਵਸਤੂ ਕੀ ਹੈਗੀ ਇਸ ਸੰਸਾਰ ਦੇ ਵਿੱਚ। ਤਤ ਚੀਜ਼ ਕੀ ਹੈ? ਕੀ ਮੇਰਾ ਸਰੀਰ ਤਤ ਹੈ? ਕੀ ਇਹ ਚੋਗਾ ਤਤ ਹੈ? ਕੀ ਚੀਜ਼ ਤਤ ਹੈਗੀ ਆ? ਸੋ ਜੋਗੀ ਤਤ ਗਿਆਨ ਵਿਚਾਰੇ ਹਉਮੈ ਤ੍ਰਿਸ਼ਨਾ ਮਾਰੀ। ਉਹ ਫਿਰ ਆਪਣੀ ਹਉਮੈ ਔਰ ਕਿਉਂਕਿ ਉਹ ਫਿਰ ਮਨ ਨੂੰ ਫੜਦਾ ਹੈ, ਉਹ ਇੰਦਰੀਆਂ ਨੂੰ ਨਹੀਂ ਫੜਦਾ, ਮਨ ਨੂੰ ਫੜਦਾ ਹੈ, ਮਨ ਨੂੰ ਦੇਖਦਾ ਹੈ। ਕਹਾਂ ਚਲੋ ਮਨ ਰਹੋ ਘਰੇ। ਉਹਦੀ ਤ੍ਰਿਸ਼ਨਾ ਮਰ ਜਾਂਦੀ ਹੈ, ਉਹਦੀ ਹਉਮੈ ਖਤਮ ਹੋ ਜਾਂਦੀ ਹੈ। ਸਤਿਗੁਰ ਦਾਤਾ ਤਿਨੇ ਪਛਾਤਾ ਜਿਸਨੂੰ ਕਿਰਪਾ ਤੁਮਾਰੀ। ਔਰ ਨਾਮ ਦਾ ਦਾਤਾ ਸਤਿਗੁਰੂ ਹੈ, ਬ੍ਰਹਮ ਗਿਆਨੀ ਹੈਗੇ। ਕਹਿੰਦੇ ਭਾਈ ਉਹਨੂੰ ਉਹੀ ਪਛਾਣਦਾ ਹੈ। ਸਤਿਗੁਰ ਦਾਤਾ ਤਿਨੇ ਪਛਾਤਾ ਜਿਸਨੂੰ ਕਿਰਪਾ ਤੁਮਾਰੀ। ਉਹ ਮਾਲਕ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਤੇ ਗੁਰੂ ਨੂੰ ਪਛਾਣ ਲੈਂਦਾ। ਪਤਾ ਲੱਗਦਾ ਹੈ ਭਾਈ ਸਾਰਾ ਕੁਛ ਗੁਰੂ ਦੇ ਅਨੁਸਾਰ ਚੱਲਾਂਗੇ ਤੇ ਸੁਖੈਨ ਹੀ ਜਿਹੜੇ ਹੈਗੇ ਆਪਾਂ ਜਿਹੜਾ ਹੈਗਾ ਯਾਤਰਾ ਕਰ ਸਕਾਂਗੇ, ਜਿੱਤ ਸਕਾਂਗੇ ਗੇਮ ਨੂੰ। ਨਹੀਂ ਤਾਂ ਆਪਾਂ ਗਏ, ਚਾਂਸ ਚਲੇ ਜਾਣਾ ਹੈ, ਡੁੱਬ ਜਾਣਾ ਇਸ ਸੰਸਾਰ ਦੇ ਵਿੱਚ ਹੀ। ਸਤਿਗੁਰ ਨਾ ਸੇਵੈ ਮਾਇਆ ਲਾਗੇ। ਬਸ ਫਿਰ ਦੂਸਰੀ ਮਾਇਆ ਨਾਲ ਤਾਂ ਲੱਗੀ ਰਹਿਣਾ, ਮਾਇਆ ਨੇ ਤਾਂ ਛੱਡਣਾ ਹੀ ਨਹੀਂ ਹੈ। ਮਾਇਆ ਤਾਂ ਕਹਿੰਦੀ ਹੈ ਤੂੰ ਬਸ ਆ ਭਗਤੀ ਨਾ ਕਰ, ਗੁਰੂ ਦੇ ਅਨੁਸਾਰ ਨਾ ਚੱਲ ਬਸ। ਫਿਰ ਕਹਿੰਦੇ ਮੇਰੇ ਕੰਟਰੋਲ 'ਚ ਆ ਤੂੰ। ਸਤਿਗੁਰ ਨਾ ਸੇਵੈ ਮਾਇਆ ਲਾਗੇ ਡੂਬ ਮੋਏ ਹੰਕਾਰੀ। ਬਸ ਡੁਬਾ ਦਿੰਦੀ ਹੈ ਉਸੇ ਵੇਲੇ ਚੋਗਾ ਸੁੱਟ ਕੇ ਹੰਕਾਰੀਆਂ ਨੂੰ ਹੰਕਾਰ ਦੇ ਵਿੱਚ। ਜਿਚਰ ਅੰਦਰ ਸਾਸ ਤਿਚਰ ਸੇਵਾ ਕੀ ਇੱਛਾ ਜਾਏ ਮਿਲੀਏ ਰਾਮ ਮੁਰਾਰੀ। ਕਹਿੰਦੇ ਜਦ ਤੱਕ ਤੇਰੇ ਕੋਲ ਚਾਂਸ ਹੈਗਾ ਪਿਆਰਿਆ, ਸਰੀਰ ਹੈਗਾ, ਸਾਸ ਹੈ, ਸਾਹ ਹੈਗੇ ਤੇਰੇ, ਭਗਤੀ ਕਰ ਲਾ, ਸੇਵਾ ਕਰ ਲਾ ਮਿੱਤਰਾ, ਸੇਵਾ ਕਰ ਲਾ ਔਰ ਆ ਕੇ ਜਾ ਕੇ ਮਾਲਕ ਪਰਮਾਤਮਾ ਨੂੰ ਮਿਲ ਲਾ। ਉਹ ਮੁਰਾਰੀ ਨੂੰ ਜਿਹਨੇ ਪਾਪ ਸਾਰੇ ਖੰਡਨ ਕਰ ਦੇਣੇ, ਮਿਲ ਲਾ ਉਹਨੂੰ ਮਾਲਕ ਪਰਮਾਤਮਾ ਨੂੰ। ਅਨਦਿਨ ਜਾਗਤ ਰਹੇ ਦਿਨ ਰਾਤੀ ਆਪਣੇ ਪ੍ਰਿਯ ਪ੍ਰੀਤ ਪਿਆਰੀ। ਜਿਨ੍ਹਾਂ ਨੂੰ ਆ ਗੁਰੂ ਦੀ ਮੱਤ ਮਿਲ ਜਾਂਦੀ, ਜਿਨ੍ਹਾਂ ਦੇ ਅੰਦਰ ਅਣਿਆਲੇ ਤੀਰ ਚੁੱਭ ਜਾਂਦੇ ਆ, ਉਹਨਾਂ ਨੂੰ ਥੋੜ੍ਹੀ ਨਾ ਨੀਂਦ ਆਉਂਦੀ ਹੈ ਫਿਰ ਮਾਇਆ ਦੀ ਨੀਂਦ। ਅਨਦਿਨ ਜਾਗਤ ਰਹੇ ਦਿਨ ਰਾਤੀ ਆਪਣੇ ਪ੍ਰਿਯ ਪ੍ਰੀਤ ਪਿਆਰੀ। ਆਪਣੇ ਪਿਆਰੇ ਪਰਮਾਤਮਾ ਦੇ ਨਾਲ ਉਹਨਾਂ ਦੀ ਖਿੱਚ ਪ੍ਰੀਤ ਬਣ ਜਾਂਦੀ ਹੈ। ਉਹ ਤਾਂ ਜਿਵੇਂ ਬਿਲਕ ਮਸਾਈ, ਜਿਵੇਂ ਬਿੱਲੀ ਚੂਹੇ ਨੂੰ ਦੇਖਦੀ ਆ, ਉਸ ਤਰ੍ਹਾਂ ਉਹਨਾਂ ਦੀ
ਪਰਮਾਤਮਾ ਦੇ ਨਾਲ ਖਿੱਚ ਹੁੰਦੀ ਹੈ। ਤਨ ਮਨ ਵਾਰੀ ਬਾਹਰ ਘੁਮਾਈ, ਆਪਣੇ ਗੁਰ ਵਿਠੋਂ ਬਲਿਹਾਰੀ। ਦੇਖੋ ਕੀ ਕਹਿੰਦੇ ਆ ਉਹ, ਫਿਰ ਕੀ ਕਰਦੇ ਆ, ਕਹਿੰਦੇ ਆਪਣਾ ਤਨ ਵੀ ਔਰ ਆਪਣਾ ਮਨ ਵੀ ਜਿਹੜਾ ਹੈਗਾ, ਆਪਣੀਆਂ ਗਿਆਨ ਇੰਦਰੀਆਂ ਕਰਮ ਇੰਦਰੀਆਂ ਸਾਰੀਆਂ ਲੱਗ ਜਾਂਦੀਆਂ ਭਗਤੀ ਦੇ ਵਿੱਚ। ਤਨ ਮਨ ਵਾਰੀ ਵਾਰ ਘੁਮਾਈ, ਆਪਣੇ ਗੁਰ ਵਿਠੋਂ ਬਲਿਹਾਰੀ। ਕਹਿੰਦੇ ਮੈਂ ਤਾਂ ਇਸੇ ਗੁਰੂ ਤੋਂ ਬਲਿਹਾਰ ਹਾਂ ਜਿਹਨੇ ਮੈਨੂੰ ਜਿਹੜਾ ਹੈਗਾ ਮੈਨੂੰ ਡੁੱਬਣ ਤੋਂ ਬਚਾ ਲਿਆ। ਅਸ਼ਟਪਦੀ ਹੈਗੀ 30 ਬੰਦ ਹੈਗੇ ਇਹਦੇ। ਮਾਇਆ ਮੋਹ ਬਿਨਸ ਜਾਏਗਾ, ਉਭਰੇ ਸ਼ਬਦ ਵਿਚਾਰੀ। ਕਹਿੰਦੇ ਮਾਇਆ ਦੇ ਨਾਲ ਮੋਹਿਆ ਪਿਆਰਿਆ ਬਿਨਸ ਜਾਏਗਾ, ਤੇਰਾ ਸਰੀਰ ਹੀ ਨਹੀਂ ਰਹਿਣਾ ਤੇ ਤੇਰਾ ਮੋਹ ਕੀ ਕਰੂਗਾ। ਮਾਇਆ मोह बिंस जाएगा, तुम बिंस जाएगा, खत्म हो जाएगा तेरा चांस, हार जाएगा। उभरे शब्द विचारी, जिन्हों ने शब्द ਨੂੰ ਵਿਚਾਰ ਲਿਆ, ਆ ਸ਼ਬਦ ਹੈਗੀ ਆ ਬਾਣੀ ਹੈਗੀ ਆ, ਜਿਨ੍ਹਾਂ ਨੇ ਇਹਨੂੰ ਵਿਚਾਰ ਲਿਆ, ਇਹਨੂੰ ਆ ਗ੍ਰਹਿਣ ਕਰ ਲਿਆ, ਇਹਦੇ ਅਨੁਸਾਰ ਚੇਂਜ ਹੋ ਗਏ, ਉੱਭਰ ਜਾਣਗੇ, ਬਾਕੀ ਡੁੱਬ ਜਾਣਗੇ ਭਾਈ। ਆਪ ਜਗਾਏ ਸਹੀ ਜਾਗੇ, ਗੁਰ ਕੇ ਸ਼ਬਦ ਵਿਚਾਰੀ। ਪਰਮਾਤਮਾ ਦਾ ਨਿਯਮ ਹੈ, ਗਿਆਨ ਦਿੱਤਾ ਹੈ, ਬ੍ਰਹਮ ਗਿਆਨੀ ਦਿੱਤੇ ਆ ਗੁਰੂ ਦੇ ਸ਼ਬਦ ਦਿੱਤੇ ਆ, ਵਿਚਾਰ ਲਾਵਾਂਗੇ ਤੇ ਜਿੱਤ ਜਾਗ ਜਾਵਾਂਗੇ। ਆਪ ਜਗਾਏ, ਇਸ ਤਰ੍ਹਾਂ ਮਾਲਕ ਜਗਾਉਂਦਾ ਹੈ ਭਾਈ। ਮਾਲਕ ਨੇ ਤਾਂ ਸਾਰਿਆਂ ਦੇ ਵਾਸਤੇ ਸਾਂਝਾ ਰੱਖਿਆ ਹੈ ਮਾਰਗ, ਸਾਂਝੀ ਮਾਇਆ ਸਾਂਝਾ ਮਾਰਗ ਹੈ। ਧਿਆਨ ਸਿਮਰਨ ਦੋਨੋਂ ਜਿਹੜੇ ਪਾਸੇ ਮਰਜੀ ਜਿਹੜਾ ਹੈਗਾ ਇਨਸਾਨ ਚੱਲ ਪਏ। ਨਾਨਕ ਸਹੀ ਮੂਏ ਜੇ ਨਾਮ ਨਾ ਚੇਤੈ, ਭਗਤ ਜੀਵੈ ਵਿਚਾਰੀ। ਬਸ ਕਹਿੰਦੇ ਜਿਹੜੇ ਨਹੀਂ ਧਿਆਨ ਸਿਮਰਨ ਕਰਦੇ, ਨਾ ਨਾਮ ਨੂੰ ਨਹੀਂ ਚੇਤਦੇ, ਤੇ ਕਹਿੰਦੇ ਉਹ ਬਸ ਮਰ ਜਾਣਗੇ। ਉਹਨਾਂ ਨੇ ਕੁਛ ਨਹੀਂ ਕਰਨਾ। ਬਸ ਦੁਨੀਆ ਦੇ ਵਿੱਚ ਭਾਵੇਂ ਜੇ ਮਰਜ਼ੀ ਪਦਾਰਥ, ਜੇ ਮਰਜ਼ੀ ਟੈਰੀਟਰੀ, ਜੋ ਮਰਜ਼ੀ ਇਕੱਠਾ ਕਰ ਲੈਣ, ਬਸ ਮਰੇ ਹੋਏ। ਅਧਿਆਤਮਿਕ ਰੂਪ 'ਚ, ਆਤਮਿਕ ਰੂਪ 'ਚ ਕੁਛ ਵੀ ਨਹੀਂ ਕੀਤਾ ਉਹਨਾਂ ਨੇ। ਅੱਗੇ ਧਰਮਰਾਜ ਨੇ ਜਿਹੜਾ ਹੈਗਾ ਬਸ ਉਹਨਾਂ ਨੂੰ ਪਾ ਦੇਣਾ ਜੂਨਾਂ ਦੇ ਵਿੱਚ। ਨਾਨਕ ਸਹੀ ਮੂਏ ਜੇ ਨਾਮ ਨਾ ਚੇਤੈ, ਭਗਤ ਜੀਵੈ ਵਿਚਾਰੀ। ਭਗਤ ਜਿਹੜੇ ਹੈਗੇ ਉਹ ਹਮੇਸ਼ਾ ਵਾਸਤੇ ਜਿਉਂਦੇ ਹੋ ਜਾਂਦੇ, ਕਿਉਂਕਿ ਉਹਨਾਂ ਨੇ ਵਿਚਾਰ ਕਰ ਲਿਆ, ਗੁਰੂ ਦੀ ਮੱਤ ਨੂੰ ਵਿਚਾਰ ਲਿਆ। ਆਖਰੀ ਜਿਹੜਾ ਹੈਗਾ ਅੱਜ ਦਾ ਔਰ ਤੀਸਰੀ ਪਾਤਸ਼ਾਹੀ ਦਾ ਇਸ ਲੜੀ ਦਾ ਜਿਹੜਾ ਆਖਰੀ ਮੋਤੀ, ਰਾਮਕਲੀ ਮਹਲਾ ਤੀਜਾ। ਨਾਮ ਖਜ਼ਾਨਾ ਗੁਰ ਤੇ ਪਾਇਆ, ਤ੍ਰਿਪਤ ਰਹੇ ਅਗਾਈ। ਦੇਖ ਲਓ, ਜਿਨ੍ਹਾਂ ਨੇ ਆ ਖਜ਼ਾਨਾ ਹੈਗਾ ਭਾਈ, ਨਾਮ ਦਾ ਖਜ਼ਾਨਾ, ਭਗਤੀ ਦਾ ਖਜ਼ਾਨਾ, ਇਹ ਆਪਣੇ ਅੰਦਰ ਹੀ ਦੱਬਿਆ ਪਿਆ। ਨਾਮ ਪਦਾਰਥ ਗੁਰੂ ਕੋਲੋਂ ਮਿਲਣਾ ਹੈ, ਗੁਰੂ ਨੇ ਵਿਧੀ ਦੱਸਣੀ ਹੈ, ਗੁਰੂ ਨੇ ਜਿਹੜਾ ਹੈਗਾ ਦੱਸਣਾ ਹੈ ਵੀ ਕਿਸ ਤਰ੍ਹਾਂ ਆਪਾਂ ਇਹ ਪ੍ਰਾਪਤ ਕਰ ਸਕਦੇ ਹਾਂ। ਔਰ ਜਿਨ੍ਹਾਂ ਨੂੰ ਇਹ ਅੰਮ੍ਰਿਤ ਮਿਲ ਜਾਂਦਾ ਹੈ, ਤ੍ਰਿਪਤ ਹੋ ਜਾਂਦੇ ਆ, ਉਹਨਾਂ ਦੀ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ, ਅਗਾ ਜਾਂਦੇ ਆ, ਰੱਜ ਜਾਂਦੇ ਆ। ਨਾਮ ਖਜ਼ਾਨਾ ਗੁਰ ਤੇ ਪਾਇਆ, ਤ੍ਰਿਪਤ ਰਹੇ ਅਗਾਈ। ਸੰਤੋ ਗੁਰਮੁਖੇ ਮੁਕਤ ਗਤ ਪਾਈ। ਕਹਿੰਦੇ ਹੇ ਸਾਧੂਓ, ਹੇ ਸੰਤੋ, ਸਾਧਨਾ ਕਰਨ ਵਾਲਿਓ, ਗੁਰੂ ਦੇ ਰਾਹੀਂ ਹੀ ਜੋ ਗੁਰੂ ਦੇ ਕਹਿ ਰਿਹਾ, ਜੋ ਗਿਆਨ ਕਹਿ ਰਿਹਾ ਆ, ਉਸੇ ਦੇ ਅਨੁਸਾਰ ਹੀ ਆਪਾਂ ਜਿਹੜੇ ਹੈਗੇ ਮੁਕਤੀ ਪਾ ਸਕਦੇ ਹਾਂ। ਉਸੇ ਦੇ ਅਨੁਸਾਰ ਮੁਕਤੀ ਪ੍ਰਾਪਤ ਹੋ ਸਕਦੀ ਆ। ਹੋਰ ਕਿਸੇ ਤਰੀਕੇ ਦੇ ਨਾਲ ਜਿਹੜਾ ਹੈਗਾ, ਕੋਈ ਵੀ ਕਰਮ ਕਾਂਡ ਦੇ ਨਾਲ, ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਹੈਗਾ ਇਹ ਖਜ਼ਾਨਾ ਨਹੀਂ ਪ੍ਰਾਪਤ ਹੁੰਦਾ। ਮੁਕਤ ਗਤ, ਇਹ ਮੁਕਤੀ ਕਿਤੋਂ ਮੁਕਤੀ ਆ? ਮੁਕਤੀ ਹੈਗੀ ਆਪਣੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ, ਵਿਚਾਰ ਤੋਂ, ਇਹ ਸੰਸਾਰ ਤੋਂ, ਇਹ ਪਦਾਰਥਾਂ ਤੋਂ, ਇਹ ਜਿਹੜਾ ਚੋਗੇ ਤੋਂ। ਗਤ ਉੱਚੀ ਅਵਸਥਾ। ਸੰਤੋ ਗੁਰਮੁਖੇ ਮੁਕਤ ਗਤ ਪਾਈ, ਏਕ ਨਾਮ ਵਸਿਆ ਘਟ ਅੰਤਰ, ਪੂਰੇ ਕੀ ਵਡਿਆਈ। ਕਹਿੰਦੇ ਫਿਰ ਉਹਨਾਂ ਦੇ ਇੱਕ ਨਾਮ ਜਿਹੜਾ ਹੈਗਾ ਘਟ ਦੇ ਵਿੱਚ ਵਸ ਜਾਂਦਾ, ਜਿਨ੍ਹਾਂ ਦੇ ਮੇਨ ਟਾਰਗੇਟ ਜਿਹੜਾ ਧਿਆਨ ਸਿਮਰਨ ਹੋ ਜਾਂਦਾ, ਭਗਤੀ ਹੋ ਜਾਂਦੀ ਹੈ। ਤੇ ਆਇਆ ਉਸ ਮਾਲਕ ਪਰਮਾਤਮਾ ਦੀ ਪੂਰੇ ਦੀ ਵਡਿਆਈ,
ਉਹ ਜਿਹੜੇ ਹੈਗੇ ਮੁਕਤ ਹੋ ਜਾਂਦੇ ਆ, ਉੱਚੀ ਅਵਸਥਾ ਦੇ ਧਾਰਨੀ ਹੋ ਜਾਂਦੇ ਆ। ਰਹਾਓ, ਆਪੇ ਕਰਤਾ ਆਪੇ ਭੁਗਤਾ ਦੇਂਦਾ ਰਿਜ਼ਕ ਸਬਾਈ। ਮਾਲਕ ਪਰਮਾਤਮਾ ਆਪ ਇਸ ਸੰਸਾਰ ਨੂੰ ਬਣਾਉਣ ਵਾਲਾ, ਇਸ ਸ੍ਰਿਸ਼ਟੀ ਦਾ ਰਚਨਹਾਰਾ ਮਾਲਕ ਪਰਮਾਤਮਾ ਆਪ ਹੈਗਾ ਕਰਤਾ, ਆਪੇ ਭੁਗਤਾ, ਔਰ ਆਪ ਹੀ ਜਿਹੜਾ ਹੈਗਾ ਸਾਰੇ ਜੀਵਾਂ ਦੇ ਵਿੱਚ ਮਾਲਕ ਪਰਮਾਤਮਾ ਦੀ ਜੋਤ ਹੈਗੀ, ਆਪ ਹੀ ਭੋਗ ਰਿਹਾ ਆ। ਆਪੇ ਕਰਤਾ ਆਪੇ ਭੁਗਤਾ ਦੇਂਦਾ ਰਿਜ਼ਕ ਸਬਾਈ। ਸਾਰਿਆਂ ਨੂੰ ਰਿਜ਼ਕ ਦੇ ਰਿਹਾ ਹੈ ਉਹ ਮਾਲਕ ਪਰਮਾਤਮਾ, ਸਾਰਿਆਂ ਨੂੰ ਰਿਜ਼ਕ ਦੇ ਰਿਹਾ ਮਾਲਕ ਪਰਮਾਤਮਾ। ਕਿਉਂਕਿ ਭੁਗਤਾ ਜਿਹੜਾ ਹੈਗਾ, ਜਿਹੜੀ ਆਪਣੇ ਅੰਦਰ ਉਹ ਮਾਲਕ ਦੀ ਜੋਤ ਹੈਗੀ ਆ, ਔਰ ਉਹ ਜੋਤ ਜਿਹੜੀ ਹੈਗੀ ਉਹੀ ਜਿਹੜੀ ਹੈਗੀ ਫੀਲਿੰਗ ਲੈਂਦੀ ਹੈ। ਸਰੀਰ ਦੇ ਕਾਰਨ ਦੁੱਖ ਸੁੱਖ ਜਿਹੜੇ ਮਹਿਸੂਸ ਹੁੰਦੇ ਆ, ਆਪੇ ਕਰਤਾ ਆਪੇ ਭੁਗਤਾ, ਭੋਗਣ ਵਾਲਾ ਵੀ ਭਾਈ ਉਹੀ ਆ। ਦੇਂਦਾ ਰਿਜ਼ਕ ਸਬਾਈ, ਸਾਰਿਆਂ ਨੂੰ ਰਿਜ਼ਕ ਦੇਣ ਵਾਲਾ ਉਹ ਮਾਲਕ ਪਰਮਾਤਮਾ ਹੈਗਾ। ਪੈਦਾ ਕਰਨ ਵਾਲਾ ਵੀ ਉਹੀ ਆ, ਔਰ ਜੀਵਾਂ ਦੇ ਵਿੱਚ ਵੀ ਉਹੀ ਹੈਗਾ, ਔਰ ਦੇਣ ਵਾਲਾ ਵੀ, ਉਦਾਤਾ ਵੀ ਉਹੀ ਹੈ। ਜੋ ਕੁਛ ਕਰਨਾ ਸੋ ਕਰ ਰਿਹਾ, ਅਵਰ ਨਾ ਕਰਨਾ ਜਾਏ। ਜੋ ਕੁਛ ਵੀ ਮਾਲਕ ਨੇ ਕਰਨਾ ਹੈ ਉਹ ਕਰ ਰਿਹਾ ਹੈ ਭਾਈ, ਹੋਰ ਕੋਈ ਕਰਦਾ ਨਹੀਂ ਹੈਗਾ, ਨਾ ਕੋਈ ਕਰ ਸਕਦਾ ਹੈ, ਕਿਸੇ ਕੋਲੋਂ ਕੁਛ ਨਹੀਂ ਹੋ ਸਕਦਾ। ਜੋ ਕੁਛ ਕਰਨਾ ਸੋ ਕਰ ਰਿਹਾ, ਅਵਰ ਨਾ ਕਰਨਾ ਜਾਏ। ਆਪੇ ਸਾਜੇ ਸ੍ਰਿਸ਼ਟ ਉਪਾਏ, ਸਿਰ ਸਿਰ ਧੰਦੇ ਲਾਈ। ਦੇਖ ਲਓ, ਆਪ ਸ੍ਰਿਸ਼ਟੀ ਸਾਜ ਦਿੱਤੀ ਮਾਲਕ ਨੇ, ਸਾਰੀ ਸ੍ਰਿਸ਼ਟੀ ਪੈਦਾ ਕਰ ਦਿੱਤੀ, ਸਾਰੇ ਜੀਵ ਜਿਹੜੇ ਹੈਗੇ ਹਰੇਕ ਨੂੰ ਧੰਦਿਆਂ ਦੇ ਵਿੱਚ ਲਾ ਦਿੱਤਾ। ਤਿਸੇ ਸਰੇਵੋ ਤਾਂ ਸੁਖ ਪਾਵੋ, ਸਤਿਗੁਰੇ ਮੇਲ ਮਿਲਾਏ। ਕਹਿੰਦੇ ਉਹਦੀ ਭਗਤੀ ਕਰਾਂਗੇ, ਉਹਦੀ ਸੇਵਾ ਕਰਾਂਗੇ ਤਾਂ ਹੀ ਸੁਖੀ ਹੋ ਸਕਦੇ ਹਾਂ ਭਾਈ। ਕਿਉਂਕਿ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਸ ਨੇ ਬਣਾਇਆ ਆ, ਉਹ ਆਪ ਹੀ ਹੈਗਾ ਸਾਡੇ ਅੰਦਰ। ਤੇ ਭਾਈ ਜੋ ਉਹ ਰਸਤਾ ਜੋ ਚਾਹੁੰਦਾ ਹੈ ਮਾਲਕ ਪਰਮਾਤਮਾ, ਉਹੀ ਕਰਾਂਗੇ ਤਾਂ ਹੀ ਤਾਂ ਸੁਖੀ ਹੋ ਸਕਦੇ ਹਾਂ। ਤਿਸੇ ਸਰੇਵੋ ਤਾਂ ਸੁਖ ਪਾਵੋ, ਸਤਿਗੁਰੇ ਮੇਲ ਮਿਲਾਏ। ਜੋ ਆਪ ਕਹਿ ਰਿਹਾ ਆਪਣੇ ਆਪ ਨੂੰ ਸਾਡੇ ਵਿੱਚ, ਬਈ ਮੈਨੂੰ ਮੇਰੀ ਆਹ ਸੇਵਾ ਕਰੋ, ਆਹ ਮਾਇਆ ਜਿਹੜੀ ਮੈਂ ਬੁਝਾਰਤ ਪਾਈ ਹੋਈ ਆ, ਜਿਹੜਾ ਚੋਗਾ ਸੁੱਟਿਆ ਹੈ, ਇਸ ਚੋਗੇ ਨੂੰ ਜਿਹੜਾ ਤਾਂ ਤੁਸੀਂ ਇਸ ਤੋਂ ਨਿਕਲ ਸਕਦੇ। ਤਿਸੇ ਸਰੇਵੋ ਤਾਂ ਸੁਖ ਪਾਵੋ, ਸਤਿਗੁਰੇ ਮੇਲ ਮਿਲਾਈ। ਗੁਰੂ ਨੇ ਬ੍ਰਹਮ ਗਿਆਨੀਆਂ ਨੇ ਉਸ ਮਾਲਕ ਦੇ ਨਾਲ ਮਿਲਾਉਣਾ ਹੈਗਾ। ਆਪਣਾ ਆਪ ਉਪਾਏ, ਅਲਖ ਨਾ ਲਖਣਾ ਜਾਏ। ਕਹਿੰਦੇ ਉਸ ਮਾਲਕ ਨੇ ਆਪਣੇ ਆਪ ਨੂੰ ਪ੍ਰਗਟ ਕੀਤਾ ਹੈ। ਆਪਣਾ ਆਪ ਉਪਾਏ, ਆਪ ਹੀ ਉਹਨੇ ਪੈਦਾ ਕੀਤਾ ਆਪਣੇ ਆਪ ਨੂੰ। ਦੇਖੋ, ਇੱਕ ਓਂਕਾਰ, ਉਹ ਮਾਲਕ ਪਰਮਾਤਮਾ ਤੋਂ ਸਾਰਾ ਕੁਛ ਉਸੇ ਦੇ ਵਿੱਚ ਹੈਗਾ, ਉਸੇ ਦੇ ਵਿੱਚੋਂ ਹੋਇਆ। ਆਪਣਾ ਅੰਦਰ ਸਭ ਤੋਂ ਬਾਹਰ ਹੁਕਮ ਹਾਂ, ਆਪਣਾ ਆਪ ਉਪਾਏ ਅਲਖ। ਕਹਿੰਦੇ ਨਹੀਂ ਲਿਖਿਆ ਜਾਂਦਾ ਭਾਈ, ਦਿਸਦਾ ਤਾਂ ਹੈ ਨਹੀਂਗਾ। ਅਲਖ ਨਾ ਲਖਣਾ ਜਾਏ, ਇਸ ਤਰ੍ਹਾਂ ਤਾਂ ਲਿਖਿਆ ਨਹੀਂ ਜਾਂਦਾ ਭਾਈ, ਇਸ ਤਰ੍ਹਾਂ ਤਾਂ ਦੇਖ ਨਹੀਂ ਸਕਦਾ ਭਾਈ। ਆਪੇ ਮਾਰ ਜੀਵਾਲੇ ਆਪੇ, ਤਿਸਨੋ ਤਿਲ ਨਾ ਤਮਾਈ। ਆਪ ਹੀ ਮਾਰ ਦਿੰਦਾ, ਆਪ ਹੀ ਜਿਉਂਦਾ ਕਰ ਦਿੰਦਾ ਹੈ, ਆਪ ਹੀ ਪੈਦਾ ਕਰਦਾ ਹੈ, ਆਪ ਹੀ ਮਾਰ ਦਿੰਦਾ, ਆਪ ਹੀ ਸਰੀਰ ਦਿੰਦਾ, ਆਪ ਹੀ ਖੋਹ ਲੈਂਦਾ ਹੈ। ਆਪੇ ਮਾਰ ਜੀਵਾਲੇ ਆਪੇ, ਤਿਸਨੋ ਤਿਲ ਨਾ ਤਮਾਈ। ਕਹਿੰਦੇ ਉਹਨੂੰ ਜਰਾ ਵੀ ਜਿਹੜਾ ਹੈਗਾ ਉਹਦੇ ਅੰਦਰ ਤ੍ਰਿਸ਼ਨਾ ਨਹੀਂ ਹੈਗੀ, ਮਾਲਕ ਪਰਮਾਤਮਾ ਦੇ ਅੰਦਰ ਜਰਾ ਵੀ ਜਿਹੜੀ ਹੈਗੀ ਆ, ਇਹ ਤਮਾ ਕਹਿੰਦੇ ਆ, ਲਾਲਚ, ਤ੍ਰਿਸ਼ਨਾ, ਲਾਲਚ, ਜਰਾ ਵੀ ਲਾਲਚ ਨਹੀਂ ਹੈ ਮਾਲਕ ਪਰਮਾਤਮਾ ਨੂੰ। ਇੱਕ ਦਾਤੇ ਇੱਕ ਮੰਗਤੇ ਕੀਤੇ, ਆਪੇ ਭਗਤ ਕਰਾਈ। ਦੇਖ ਲਓ, ਮਾਲਕ ਨੇ ਦੇਖੋ ਕਈਆਂ ਨੂੰ ਕਿੰਨਾ ਧਨ ਦੇ ਦਿੰਦੇ, ਕਿੰਨਾ ਧਨ ਦੇ ਦਿੰਦੇ, ਦਾਤੇ ਬਣਾ ਦਿੰਦਾ। ਇੱਕ ਵਿਚਾਰੇ ਜਿਹੜੇ ਆ ਮੰਗਦੇ ਰਹਿੰਦੇ ਆ, ਵਿਚਾਰੇ ਗਰੀਬ। ਇੱਕ ਦਾਤੇ ਇੱਕ ਮੰਗਤੇ ਕੀਤੇ, ਆਪੇ ਭਗਤ ਕਰਾਈ। ਜਿਹਨੂੰ ਭਗਤ ਕਰਵਾਉਣੀ ਆ ਮਾਲਕ ਨੇ, ਜਿਹੜਾ ਭਗਤੀ ਮੰਗਦਾ, ਭਾਵੇਂ ਕੋਈ ਦਾਤਾ ਹੋਏ ਭਾਵੇਂ ਕੋਈ ਮੰਗਤਾ ਹੋਏ, ਜਿਹੜਾ ਵੀ ਭਗਤੀ ਮੰਗਦਾ ਉਹਨੂੰ ਦੇ ਦਿੰਦਾ ਮਾਲਕ ਪਰਮਾਤਮਾ, ਆਪ ਹੀ ਭਗਤੀ ਕਰਾਉਂਦਾ। ਸੇ ਵੱਡ ਭਾਗੀ ਜਿਹਨੇ ਏਕੋ ਜਾਤਾ, ਸੱਚੇ ਰਹੇ ਸਮਾਈ। ਉਹ ਵੱਡੇ ਭਾਗਾਂ ਵਾਲੇ ਹੈ ਜਿਨ੍ਹਾਂ ਨੇ ਬੁੱਝ ਲਿਆ ਭਾਈ ਵੀ ਇਹ ਸਾਰਾ ਜਿਹੜਾ ਹੈਗਾ, ਇਹ ਤਾਂ ਜਿਨ੍ਹਾਂ ਨੇ ਗੁਰੂ ਤੋਂ ਮੱਤ ਲੈ ਕੇ ਬੁੱਝ ਲਿਆ ਵੀ ਸਾਰਾ ਤਾਂ ਇਹ ਤਾਂ ਇੱਕੋ ਹੀ ਉਹ ਮਾਲਕ ਪਰਮਾਤਮਾ ਹੀ ਹੈਗਾ ਭਾਈ। ਫਿਰ ਉਹ ਸੱਚੇ ਦੇ ਵਿੱਚ ਜਿਹੜੇ ਹੈਗੇ ਆ
ਉਹ ਮਾਲਕ ਦੇ ਨਾਲ ਅਟੈਚ ਹੋ ਜਾਂਦੇ ਆ, ਉਹਦੇ ਵਿੱਚ ਸਮਾ ਜਾਂਦੇ, ਉਹਦੀ ਭਗਤੀ ਕਰਦੇ ਆ। ਆਪ ਸਰੂਪ ਸਿਆਣਾ ਆਪੇ, ਕੀਮਤ ਕਹਿਣ ਨਾ ਜਾਏ। ਕਹਿੰਦੇ ਉਹਦੇ ਵਰਗਾ ਸੋਹਣਾ ਕੋਈ ਨਹੀਂ ਹੈਗਾ, ਆਪ ਸਰੂਪ। ਕਿਉਂਕਿ ਜਿਹਨੇ ਧੋਖਾ ਦੇਣ ਵਾਸਤੇ ਇੰਨੀਆਂ ਸੋਹਣੀਆਂ ਜਿਹੜੀਆਂ ਮੂਰਤੀਆਂ ਬਣਾਤੀਆਂ, ਉਸ ਮਾਲਕ ਪਰਮਾਤਮਾ ਨੇ ਉਹਦੇ 'ਚ ਇੰਨੀ ਸਮਰੱਥਾ ਹੈਗੀ ਕਿ ਇੰਨੀ ਜਿਹੜੀ ਹੈਗੀ ਆ, ਇਹ ਜਿਹੜੇ ਝੂਠ ਦੀਆਂ ਮੂਰਤੀਆਂ ਇੰਨੀਆਂ ਸੋਹਣੀਆਂ ਬਣਾ ਸਕਦਾ ਹੈ, ਤੇ ਉਹ ਕਿੰਨਾ ਕੁ ਸੋਹਣਾ ਹੋਊਗਾ। ਆਪ ਸਰੂਪ ਸਿਆਣਾ ਆਪੇ, ਉਸ ਤੋਂ ਉੱਪਰ ਸਿਆਣਾ ਕੌਣ ਹੋ ਸਕਦਾ ਭਾਈ। ਇੱਕ ਇੱਕ ਚੀਜ਼ ਦੀ ਡਿਜ਼ਾਈਨ ਦੇਖੋ, ਇੱਕ ਇੱਕ ਮਾਲਕ ਪਰਮਾਤਮਾ ਨੇ ਇੱਕ ਇੱਕ ਮੂਰਤੀ 84 ਲੱਖ ਜੂਨਾਂ ਡਿਫਰੈਂਟ ਟਾਈਪ ਦੀਆਂ ਬਣਾ ਕੇ ਉਹਨੇ ਕਿਸ ਤਰੀਕੇ ਦੇ ਨਾਲ 5 ਤੱਤਾਂ ਤੋਂ ਰੱਖਤੀਆਂ। ਆਪ ਸਰੂਪ ਸਿਆਣਾ ਆਪੇ, ਕੀਮਤ ਕਹਿਣ ਨਾ ਜਾਏ। ਉਹਦੀ ਕੀਮਤ ਨਹੀਂ ਕਹੀ ਜਾ ਸਕਦੀ ਭਾਈ, ਨਾ। ਵਾਹ ਵਾਹ ਕਰਦੇ, ਵਾਹ ਵਾਹ ਹੀ ਕਰ ਸਕਦੇ ਹਾਂ। ਆਪੇ ਦੁੱਖ ਸੁੱਖ ਪਾਏ ਅੰਤਰ, ਆਪੇ ਭਰਮ ਭੁਲਾਈ। ਔਰ ਇਹ ਜਿਹੜਾ ਹੈਗਾ, ਇਹ ਸ੍ਰਿਸ਼ਟੀ ਦੇ ਵਿੱਚ ਮਾਲਕ ਨੇ ਦੁੱਖ ਔਰ ਸੁੱਖ ਆਪ ਹੀ ਪਾਤੇ ਪਾਏ। ਜੋ ਆਪਾਂ ਕਰਦੇ ਹਾਂ ਉਹਨਾਂ ਦਾ ਰਿਜ਼ਲਟ ਜਿਹੜਾ ਹੈਗਾ ਦੁੱਖ ਤੇ ਸੁੱਖ ਦੇ ਵਿੱਚ ਆਉਂਦਾ ਹੈ। ਔਰ ਆਪ ਹੀ ਮਾਇਆ ਬਣਾ ਕੇ, ਸਵਾਦ ਬਣਾ ਕੇ, ਚੋਗਾ ਬਣਾ ਕੇ ਸਾਰਾ ਦੇ ਸਾਰਾ ਜਿਹੜਾ ਹੈਗਾ ਭਰਮਾਂ ਦੇ ਵਿੱਚ ਭੁਲਾ ਦਿੱਤਾ, ਆਪਣੇ ਆਪ ਨੂੰ ਭੁਲਾ ਦਿੱਤਾ ਮਾਲਕ ਨੇ। ਆਪੇ ਦੁੱਖ ਸੁੱਖ ਪਾਏ ਅੰਤਰ, ਆਪੇ ਭਰਮ ਭੁਲਾਏ। ਵੱਡਾ ਦਾਤਾ ਗੁਰਮੁਖ ਜਾਤਾ, ਨਿਗੁਰੀ ਅੰਧ ਫਿਰੈ ਲੋਕਾਈ। ਓਹੋ, ਕਹਿੰਦੇ ਇੰਨਾ ਵੱਡਾ ਦਾਤਾ ਹੈਗਾ। ਕਹਿੰਦੇ ਗੁਰੂ ਦੇ ਰਾਹੀਂ ਬ੍ਰਹਮ ਗਿਆਨ ਦੇ ਦੁਆਰਾ, ਬ੍ਰਹਮ ਗਿਆਨੀਆਂ ਦੇ ਦੁਆਰਾ, ਗੁਰੂ ਦੀ ਮੱਤ ਦੇ ਦੁਆਰਾ ਕਹਿੰਦੇ ਉਹ ਜਾਣਿਆ ਜਾ ਸਕਦਾ ਹੈ। ਪਰ ਨਿਗੁਰੀ ਅੰਧ ਫਿਰੈ ਲੋਕਾਈ, ਨਹੀਂ ਭਾਈ, ਨਹੀਂ ਲੈਂਦੀ, ਨਹੀਂ ਗੁਰੂ ਨਹੀਂ ਇਹ ਗੁਰਮੁਖ ਸਿਸਟਮ 'ਚ ਆਉਂਦੇ, ਨਹੀਂ ਗੁਰਮਤ ਲੈਂਦੇ। ਨਿਗੁਰੀ ਉਹ ਹੈਗੇ ਭਾਈ, ਇਹ ਥੋੜ੍ਹੀ ਨਾ ਜਿਨ੍ਹਾਂ ਨੇ ਅੰਮ੍ਰਿਤ ਛਕ ਲਿਆ ਤੇ ਉਹ ਗੁਰੂ ਵਾਲਾ ਹੋ ਗਿਆ, ਬਾਕੀ ਜਿਹੜੇ ਹੈਗੇ ਨਿਗੁਰ। ਨਾ ਨਾ ਨਾ, ਜਿਹੜਾ ਵੀ ਇਨਸਾਨ ਜਿਹੜਾ ਹੈਗਾ ਬ੍ਰਹਮ ਗਿਆਨ ਲੈ ਲਿਆ ਜਿਸਨੇ, ਉਹ ਗੁਰੂ ਵਾਲਾ ਹੈ, ਪਿਆਰਿਆ। ਜਿਹੜਾ ਵੀ ਇਸ ਗਿਆਨ ਦੇ ਅਨੁਸਾਰ ਜਿਹੜਾ ਹੈਗਾ, ਜਿਹੜਾ ਵੀ ਧਿਆਨ ਸਿਮਰਨ ਕਰਦਾ, ਜਿਹੜਾ ਵੀ ਮਾਲਕ ਦੀ ਭਗਤੀ ਕਰਦਾ ਹੈ, ਭਾਵੇਂ ਕਿਹੜੇ ਮਰਜ਼ੀ ਦੇਸ਼, ਕਿਹੜੇ ਮਰਜ਼ੀ ਪਲੈਨਟ 'ਚ ਹੋਏ, ਉਹ ਗੁਰੂ ਵਾਲਾ ਹੈ ਪਿਆਰਿਓ, ਆਪਣਾ ਗੁਰ ਭਾਈ ਹੈਗਾ। ਵੱਡਾ ਦਾਤਾ, ਕੋਈ ਹਿੰਦੂ, ਮੁਸਲਮਾਨ, ਸਿੱਖ, ਈਸਾਈ, ਕੋਈ ਮਰਜ਼ੀ ਹੋਏ, ਕੋਈ ਮਰਜ਼ੀ ਹੋਏ। ਵੱਡਾ ਦਾਤਾ ਗੁਰਮੁਖ ਜਾਤਾ, ਨਿਗੁਰੀ ਅੰਧ ਫਿਰੇ ਲੋਕਾਈ। ਜਿਨੀ ਚਾਖਿਆ ਤਿਨਾ ਸਾਧ ਆਇਆ, ਸਤਿਗੁਰੇ ਬੂਝ ਬੁਝਾਈ। ਦੇਖੋ ਬਾਰ ਬਾਰ ਬਾਣੀ ਬਾਰ ਬਾਰ ਕਹਿ ਰਹੀ, ਬਾਰ ਬਾਰ ਜਿਹੜੀ ਬ੍ਰਹਮ ਗਿਆਨ ਦੇ ਉੱਤੇ ਆਉਂਦੀ ਹੈ ਬਾਣੀ। ਕਹਿੰਦੇ ਸਤਿਗੁਰੂ ਨੇ ਬੂਝ ਬੁਝਾ ਦਿੱਤੀ ਭਾਈ। ਜਿਨ੍ਹਾਂ ਨੂੰ ਬੂਝ ਬੁਝਾ ਦਿੱਤੀ, ਉਹਨਾਂ ਨੇ ਧਿਆਨ ਸਿਮਰਨ ਕੀਤਾ, ਉਹਨਾਂ ਨੇ ਆਪਣੇ ਵਿਚਾਰ ਬੰਦ ਕਰ ਦਿੱਤੇ, ਉਹਨਾਂ ਦੇ ਅੰਦਰ ਅੰਮ੍ਰਿਤ ਆ ਗਿਆ। ਅੰਮ੍ਰਿਤ ਆ ਗਿਆ ਤੇ ਚੱਖ ਲਿਆ, ਚੱਖ ਕੇ ਸਵਾਦ ਆ ਗਿਆ। ਜਿਨੀ ਚਾਖਿਆ ਤਿਨਾ ਸਾਧ ਆਇਆ, ਸਤਿਗੁਰੇ ਬੂਝ ਬੁਝਾਈ। ਇੱਕ ਨਾ ਨਾਉ ਆਪ ਭੁਲਾਏ, ਇੱਕ ਨਾ ਗੁਰਮੁਖ ਦੇ ਵਡਿਆਈ। ਦੋ ਕੈਟੇਗਰੀਆਂ ਹੈਗੀਆਂ, ਇੱਕ ਮਾਇਆ ਚੋਗਾ ਸਵਾਦ ਪਦਾਰਥ, ਉਹਨਾਂ ਨੂੰ ਭੁਲਾ ਦਿੰਦਾ ਹੈ ਨਾਮ ਵਾਲੇ ਪਾਸ ਨੂੰ। ਉਹ ਨਾਮ ਵੱਲ ਸਵਾਸ ਨਹੀਂ ਲਗਾਉਂਦੇ। ਉਹ ਕਹਿੰਦੇ ਭਾਈ ਜੋ ਕੁਛ ਹੈਗਾ ਇੱਥੇ ਮਜ਼ਾ ਆ ਰਿਹਾ, ਸਵਾਦ ਆ ਰਿਹਾ, ਬਸ ਲਓ, ਆਨੰਦ ਲਓ। ਉਹ ਸਰੀਰਕ ਭੋਗਾਂ ਦੇ ਵਿੱਚ ਆਨੰਦ ਲੈਂਦੇ ਆ। ਉਹ ਭੁਲਾਤਾ ਨਾਮ ਵਾਲੇ ਪਾਸੇ ਤੋਂ ਮਾਲਕ ਨੇ। ਆ ਗੇਮ ਹੈ ਮਾਲਕ ਦੀ। ਉਹ ਮਾਲਕ ਨੇ ਪਾਰਟੀਕੂਲਰਲੀ ਥੋੜ੍ਹਾ ਨਾ ਪੜਾਇਆ ਵੀ ਐਕਸ ਨੂੰ ਮੈਂ ਜਿਹੜਾ ਹੈਗਾ ਨਾਮ ਦੇਣਾ ਹੈ, ਵਾਈ ਨੂੰ ਨਹੀਂ ਦੇਣਾ, ਐਵੇਂ ਥੋੜ੍ਹੀ ਨਾ ਹੈਗਾ। ਮਾਲਕ ਨੇ ਤਾਂ ਜਿਹੜਾ ਹੈਗਾ ਦੋਨਾਂ ਦੇ ਦੋਨਾਂ ਚੀਜ਼ਾਂ ਸਾਹਮਣੇ ਡਿਸਪਲੇ ਕਰਤੀਆਂ ਪਾਏ। ਦੋਨੋਂ ਇੱਕ ਗਿਆਨ ਵੀ, ਬ੍ਰਹਮ ਗਿਆਨ ਵੀ ਹੈਗਾ, ਔਰ ਜਿਹੜਾ ਹੈਗਾ ਮਾਇਆ ਦਾ ਮੈਟਰ ਚੋਗਾ ਤਾਂ ਖਿਲ ਰਿਹਾ ਪਿਆ ਹੈ। ਇੱਕ ਨਾ ਨਾਮ ਆਪ ਭੁਲਾਏ, ਇੱਕ ਨਾ ਗੁਰਮੁਖ ਦੇ ਵਡਿਆਈ, ਦੇ ਬੁਝਾਈ। ਜਿਹੜੇ ਦੇਖ ਲਓ ਜਿਨ੍ਹਾਂ ਨੇ ਗਿਆਨ ਲੈ ਲਿਆ, ਗੁਰੂ ਦੀ ਮੱਤ ਲੈ ਲਈ, ਬ੍ਰਹਮ ਗਿਆਨ ਲੈ ਲਿਆ, ਉਹਨਾਂ ਨੂੰ ਬੁਝਾਰਤ ਆ ਗਈ ਪਾਏ। ਉਹ ਓਨਾ ਹੀ ਲੈਂਦੇ ਆ ਜਿੰਨੀ ਕੁ ਨੀਡ ਆ, ਜਿੰਨੀ ਕੁ ਸਰੀਰ ਨੂੰ ਭੁੱਖ ਆ ਪਾਏ। ਇੱਕ ਨਾ ਨਾਮੋ ਆਪ ਭੁਲਾਏ, ਇੱਕ ਨਾ ਗੁਰਮੁਖ ਦੇ ਬੁਝਾਈ। ਸਦਾ ਸਦਾ ਸਲਾਹਿਓ ਸੰਤੋ, ਤਿਸ ਦੀ ਵੱਡੀ ਵਡਿਆਈ। ਹੇ ਸਾਧੂਓ, ਸਾਧਨਾ ਕਰਨ ਵਾਲਿਓ, ਜਦ ਤੱਕ ਸਵਾਸ ਹੈਗੇ ਮਾਲਕ ਦੀ ਭਗਤੀ ਕਰੀ ਜਾਓ, ਧਿਆਨ ਸਿਮਰਨ ਕਰੀ ਜਾਓ ਭਾਈ। ਉਸ ਮਾਲਕ ਨੂੰ ਚੇਤੇ ਕਰਦੇ ਰਹੋ, ਉਹਦੀ ਬਹੁਤ ਵੱਡੀ ਵਡਿਆਈ ਹੈ। ਬਹੁਤ ਵੱਡਾ ਹੈ ਮਾਲਕ ਪਰਮਾਤਮਾ, ਔਰ ਉਹਦੇ ਧਿਆਨ ਸਿਮਰਨ ਦੀ ਵਡਿਆਈ ਵੀ ਬਹੁਤ ਵੱਡੀ ਹੈ ਭਾਈ। ਤਿਸ ਬਿਨ ਅਵਰ ਨਾ ਕੋਈ ਰਾਜਾ, ਕਰ ਤਪਾਵਸ ਬਣਤ ਬਣਾਈ।
ਉਹ ਮਾਲਕ ਪਰਮਾਤਮਾ ਤੋਂ ਇਲਾਵਾ ਹੋਰ ਕੋਈ ਕੰਟਰੋਲਰ ਨਹੀਂ ਹੈਗਾ, ਕੋਈ ਮਾਲਕ ਨਹੀਂ ਹੈਗਾ, ਕੋਈ ਰਾਜਾ ਨਹੀਂ ਹੈਗਾ। ਉਸ ਮਾਲਕ ਨੇ ਪੂਰਾ ਨਿਆਂ ਕਰਕੇ ਜਿਹੜੀ ਹੈਗੀ ਹੈ ਸੰਸਾਰ ਸ੍ਰਿਸ਼ਟੀ ਰਚੀ ਹੋਈ ਆ, ਉਹ ਨਿਆਂ ਦੇ ਨਾਲ ਚੱਲ ਰਹੀ ਹੈ। ਨਿਆਂ ਤਿਸੇ ਕਾ ਹੈ ਸਦ ਸਾਚਾ, ਵਿਰਲੇ ਹੁਕਮ ਮਨਾਈ। ਉਸ ਮਾਲਕ ਦਾ ਨਿਆਂ, ਮਾਲਕ ਦਾ ਜਿਹੜਾ ਹੈਗਾ ਫੈਸਲਾ, ਮਾਲਕ ਦਾ ਕਾਨੂੰਨ ਸੱਚਾ ਹੈਗਾ ਭਾਈ, ਹਮੇਸ਼ਾ ਸੱਚਾ ਹੈਗਾ। ਕੋਈ ਟਾਵੇਂ ਜਿਹੜੇ ਹੈਗੇ ਵਿਰਲੇ ਹੁਕਮ ਮਨਾਈ, ਵਿਰਲੇ ਉਹਦੇ ਹੁਕਮ 'ਚ ਚੱਲਦੇ ਆ, ਜਿਹੜੇ ਉਹਦੇ ਹੁਕਮ ਚੱਲਦੇ ਆ ਉਹਨਾਂ ਨੂੰ ਮਾਲਕ ਹੁਕਮ ਮਨਾ ਲੈਂਦਾ ਉਹਨਾਂ ਕੋਲੋਂ। ਤਿਸਨੂੰ ਪ੍ਰਾਣੀ ਸਦਾ ਧਿਆਵੋ, ਜਿਨੇ ਗੁਰਮੁਖੇ ਬਣਤ ਬਣਾਈ। ਤਿਸਨੂੰ ਪ੍ਰਾਣੀ ਸਦਾ ਧਿਆਵੋ। हे ਇਨਸਾਨ, हे ਪ੍ਰਾਣ ਸ਼ਕਤੀ ਵਾਲਿਆ, ਪ੍ਰਾਣਾ ਵਾਲਿਆ, ਜਦ ਤੱਕ ਤੇਰੇ ਪ੍ਰਾਣ ਹੈਗੇ, ਜਦ ਤੱਕ ਸਰੀਰ ਹੈਗਾ, ਉਸ ਮਾਲਕ ਪਰਮਾਤਮਾ ਦਾ ਧਿਆਨ ਕਰ ਲਓ। ਮਾਲਕ ਨੇ ਜਿਹੜਾ ਹੈਗਾ ਇਹ ਬ੍ਰਹਮ ਗਿਆਨ, ਬ੍ਰਹਮ ਗਿਆਨੀਆਂ ਦਾ ਰਸਤਾ, ਬ੍ਰਹਮ ਗਿਆਨ ਮਾਲਕ ਨੇ ਇਹ ਬਣਤ ਬਣਾਈ ਹੋਈ ਹੈ। ਇਹ ਬ੍ਰਹਮ ਗਿਆਨ ਮਾਲਕ ਨੇ ਨਾਲੋਂ ਨਾਲ ਦਿੱਤਾ ਹੈ। ਤਿਸਨੋ ਪ੍ਰਾਣੀ ਸਦਾ ਧਿਆਵੋ, ਜਿਨੇ ਗੁਰਮੁਖੇ ਬਣਤ ਬਣਾਈ। ਸਤਿਗੁਰ ਭੇਟੈ ਸੋ ਜਨ ਸੀਜੈ, ਜਿਸ ਹਿਰਦੈ ਨਾਮ ਵਸਾਈ। ਕਹਿੰਦੇ ਜਿਹੜੇ ਵੀ ਬ੍ਰਹਮ ਗਿਆਨੀਆਂ ਨੂੰ ਭੇਟ ਜਾਂਦੇ ਆ, ਬ੍ਰਹਮ ਗਿਆਨ ਲੈ ਲੈਂਦੇ ਆ, ਉਹਨਾਂ ਨੂੰ ਸੋਝੀ ਆ ਜਾਂਦੀ ਹੈ। ਉਹ ਇਨਸਾਨ ਸੂਝਵਾਨ ਹੋ ਜਾਂਦਾ ਹੈ, ਉਹਦੇ ਹਿਰਦੇ 'ਚ ਨਾਮ ਵਸ ਜਾਂਦਾ ਹੈ ਭਾਈ। ਜਿਸ ਹਿਰਦੇ ਨਾਮ ਵਸਾਈ, ਉਹਦੇ ਅੰਦਰ ਨਾਮ ਵਸ ਗਿਆ। ਨਾਮ ਵਸ ਗਿਆ ਤੇ ਨਾਮ ਪ੍ਰਗਟ ਹੋ ਜਾਏਗਾ, ਕਿਉਂਕਿ ਉਹਨੇ ਜੇ ਜੋ ਚੀਜ਼ ਹਿਰਦੇ 'ਚ ਵਸੀ ਹੈ ਉਸ ਪਾਸੇ ਨੂੰ ਉਹਨੇ ਜਿਹੜਾ ਹੈਗਾ ਗਤੀ ਕਰਨੀ ਹੈ। ਸੱਚਾ ਆਪ ਸਦਾ ਹੈ ਸਾਚਾ, ਬਾਣੀ ਸ਼ਬਦ ਸੁਣਾਈ। ਕਹਿੰਦੇ ਭਾਈ ਉਹ ਮਾਲਕ ਪਰਮਾਤਮਾ ਸੱਚਾ ਹੈਗਾ, ਹਮੇਸ਼ਾ ਹੀ ਸੱਚਾ ਹੈਗਾ, ਹਮੇਸ਼ਾ ਹੀ ਰਹਿਣ ਵਾਲਾ ਹੈਗਾ। ਸੱਚਾ ਆਪ ਸਦਾ ਹੈ ਸਾਚਾ, ਹਮੇਸ਼ਾ ਹੀ ਉਹ ਸੱਚਾ ਹੈਗਾ। ਬਾਣੀ ਸ਼ਬਦ ਸੁਣਾਏ। ਆ ਗੁਰੂ ਦੀ ਮੱਤ ਦੇ ਦੁਆਰਾ, ਸ਼ਬਦ ਦੇ ਦੁਆਰਾ, ਧਿਆਨ ਸਿਮਰਨ ਦੇ ਦੁਆਰਾ ਉਹ ਬਾਣੀ, ਅਨਹਦ ਬਾਣੀ ਸੁਣਦੀ ਹੈ। ਨਾਨਕ ਸੁਣ ਵੇਖ ਰਿਹਾ ਵਿਸਮਾਦ। ਔਰ ਫਿਰ ਜਿਹੜਾ ਹੈਗਾ ਉਹ ਮਾਲਕ ਵੀ ਵਿਸਮਾਦੀ ਵੀ ਪ੍ਰਗਟ ਹੋ ਜਾਂਦਾ ਹੈ ਭਾਈ। ਜਿਹੜੇ ਉਸ ਬਾਣੀ ਨੂੰ ਸੁਣਦੇ, ਜਿਹੜੇ ਧਿਆਨ ਸਿਮਰਨ ਕਰਦੇ, ਜਿਹੜਾ ਪ੍ਰੈਕਟੀਕਲ ਕਰਦੇ ਆ, ਨਾਨਕ ਸੁਣ ਵੇਖ ਰਿਹਾ ਵਿਸਮਾਦ, ਉਹ ਵਿਸਮਾਦ 'ਚ ਚਲੇ ਜਾਂਦੇ ਆ ਭਾਈ। ਮੇਰਾ ਪ੍ਰਭ ਰਵਿਆ ਸਰਬ ਥਾਈ। ਉਹ ਮਾਲਕ ਪਰਮਾਤਮਾ ਜਿਹੜਾ ਹਰੇਕ ਜਗ੍ਹਾ 'ਤੇ ਜਿਹੜਾ ਗੁਪਤ ਹੈਗਾ ਉਹ ਪ੍ਰਗਟ ਹੋ ਜਾਂਦਾ ਅਭਿਆਸੀਆਂ ਦੇ ਅੰਦਰ, ਔਰ ਸਾਰਿਆਂ ਦੇ ਵਿੱਚ, ਹਰੇਕ ਦੇ ਅੰਦਰ ਉਹ ਮਾਲਕ ਪਰਮਾਤਮਾ ਨਜ਼ਰ ਆਉਂਦਾ ਹੈ। ਆ ਜੀ 5 ਜਿਹੜੀਆਂ ਅਸ਼ਟਪਦੀਆਂ ਤੀਸਰੀ ਪਾਤਸ਼ਾਹੀ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀਓ, ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਨਾ ਆਪਾਂ ਹੋਰ ਇੱਕ ਬੇਨਤੀ ਕਰਨੀ ਹੈ ਜੀ। ਦੇਖੋ ਪਹਿਲਾਂ ਵੀ ਕਈ ਵਾਰੀ ਕੀਤੀ ਹੈ ਵੀ ਆਪਾਂ ਜਿਹੜੇ ਹੈ ਨਾ ਭਗਤੀ ਵਾਸਤੇ ਜਿਹੜਾ ਹੈਗਾ, ਇਹ ਸੰਗਤ ਜਿਹੜੀ ਹੈ ਭਗਤੀ ਵਾਸਤੇ ਜੁੜੀ ਹੈ। ਇਹ ਗਰੁੱਪ ਜਿਹੜੇ ਬਣੇ ਹੋਏ ਆ ਸਾਰੇ ਜਿਹੜੇ ਹੈਗੇ ਭਗਤੀ ਕਰਨ ਵਾਸਤੇ ਬਣੇ ਆ ਭਾਈ। ਇਹਦੇ ਵਿੱਚ ਜਿਹੜਾ ਹੈ ਨਾ ਹੋਰ ਇੱਧਰ ਉੱਧਰ ਦਾ ਸਮਾਨ ਨਾ ਪਾਓ, ਉਹਦੇ ਨਾਲ ਕੋਈ ਫਾਇਦਾ ਨਹੀਂ ਹੋਣਾ ਆਪਾਂ ਨੂੰ। ਦੇਖੋ ਆਪਾਂ ਜਿਹੜੇ ਹੈਗੇ, ਆਪਾਂ ਜਿੱਧਰ ਮਰਜ਼ੀ ਜਾ ਰਹੇ, ਜੋ ਕਰ ਰਹੇ, ਆਪਣਾ ਇੰਡੀਵਿਜੂਅਲ ਰੱਖੋ, ਇਹ ਗਰੁੱਪ ਦੇ ਵਿੱਚ ਨਾ ਸੁੱਟੋ ਉਹਨੂੰ। ਇੰਨੀ ਕੁ ਬੇਨਤੀ ਕਬੂਲ ਕਰ ਲੈਣਾ ਪਲੀਜ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।